ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 158 ਤੇ ਅੱਧ ਟੱਪ ਕੇ ਰਹਾਓ। ਰਹਾਓ ਤੋਂ ਬਾਅਦ ਹੈ ਜਲੋ ਇਹ ਜਿਹਵਾ ਦੂਜੈ ਭਾਏ, ਹਰ ਰਸ ਨਾ ਚਾਖੈ ਫੀਕਾ ਅਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਮੇ ਦੁਖੀਆ ਚੱਲਿਆ ਰੋਏ। ਜਲੋ ਇਹ ਜੀਵ, ਜੀਵ ਮਨ ਜੀਵ, ਇਹ ਜੀਵ ਸੜ ਜਾਣੀ ਚਾਹੀਦੀ ਹੈ। ਕਿਹੜੀ? ਦੂਜੇ ਭਾਈ, ਜਿਹੜੀ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ 'ਚ ਉਹਦਾ ਨਾਮ ਜਪਦੀ, ਉਹ ਜੀਵ ਸੜ ਜਾਣੀ ਚਾਹੀਦੀ ਹੈ ਜੇ ਰੱਬ ਨੂੰ ਨਹੀਂ ਕਿਸੇ ਹੋਰ ਨੂੰ ਪਿਆਰ ਕਰਦੀ। ਹਰ ਰਸ ਨਾ ਚਾਖੈ ਫੀਕਾ ਲਾਏ, ਉਹ ਹਰ ਰਸ ਨਾਮ ਰਸ ਨੂੰ ਚਖਦੀ ਨਹੀਂ, ਇਸ ਲਈ ਫਿੱਕਾ ਬੋਲਦੀ। ਅਲਾਏ ਮੈਨੇ ਬੋਲਣਾ, ਫੀਕਾ ਰਸ ਨਾ ਫਿੱਕਾ ਬੋਲਦੀ। ਕਿ ਜਦੋਂ ਨਾਮ ਰਸ ਆਵੇਗਾ ਫਿਰ ਬੰਦਾ ਮਿੱਠਾ ਬੋਲਦਾ, ਫਿਰ ਫਿੱਕਾ ਬੋਲਦਾ ਹੀ ਨਹੀਂ ਹੈਗਾ। ਹੁਣ ਤਾਂ ਲੋਕ ਨਾਲੇ ਗੱਲਾਂ ਕਰੀ ਜਾਂਦੇ ਨੇ, ਨਾਲੇ ਗਾਲਾਂ ਕੱਢੀ ਜਾਂਦੇ ਨੇ। ਰਸਨਾ ਜਿਹੜੀ ਹੈ ਇੰਨੀ ਫਿੱਕੀ ਹੈ ਵੀ ਗੱਲਾਂ ਕਰੋ ਜੀ, ਗਾਲਾਂ ਕੱਢੀ ਜਾਂਦੇ। ਉਹਨਾਂ ਨੂੰ ਇਹੀ ਨਹੀਂ ਕਈ ਵਾਰੀ ਪਤਾ ਲੱਗਦਾ ਕਿ ਮੈਂ ਗਾਲਾਂ ਕੱਢ ਰਿਹਾ ਹਾਂ। ਮੈਂ ਕਈ ਵਾਰੀ ਪਿਤਾ ਜੀ ਤੁਸੀਂ ਤਾਂ ਗਾਲਾਂ ਕੱਢੀ ਜਾਂਦੇ ਹੋ। ਕਹਿੰਦੇ ਭਾਈ ਡੰਗਰਾਂ ਨਾਲ ਵਾਹ ਹੈ, ਉਹਨਾਂ ਨੂੰ ਗਾਲਾਂ ਕੱਢੀ ਜਾਣੀ ਹੁੰਦੀਆਂ, ਮੂੰਹ ਚੜ੍ਹ ਗਈਆਂ। ਉਹਨਾਂ ਨੂੰ ਕੋਈ ਪਤਾ ਲੱਗਦਾ ਵੀ ਬੀਬੀਆਂ ਬੈਠੀਆਂ ਅਸੀਂ ਗਾਲ ਕੱਢਣਾ, ਉਹ ਮੂੰਹ 'ਤੇ ਚੜ੍ਹ ਗਿਆ। ਰਸਨਾ ਫਿੱਕੀ ਹੋ ਗਈ। ਨਾਮ ਜਪਣ ਵਾਲੇ ਨੇ ਮਿੱਠਾ ਬੋਲਣਾ ਸੀ, ਨਾਮ ਜਪਦੇ ਨੇ ਇਸ ਲਈ ਫਿੱਕਾ ਬੋਲਦੇ। ਬਿਨ ਬੂਝੇ ਤਨ ਮਨ ਫੀਕਾ ਹੋਏ। ਜਿੰਨਾ ਚਿਰ ਮਨੁੱਖ ਪਰਮਾਤਮਾ ਦੇ ਨਾਮ ਨੂੰ ਸਮਝਦਾ ਨਹੀਂ ਨਾ, ਇਹਦਾ ਤਨ ਅਤੇ ਮਨ ਦੋਨੇ ਫਿੱਕੇ ਰਹਿਣੇ, ਫਿੱਕੇ ਰਹਿਣੇ। ਬਿਨ ਨਾਮੇ ਦੁਖੀਆ ਚੱਲਿਆ ਰੋਏ। ਇਹ ਨਾਮ ਜਪਦਾ ਨਹੀਂ, ਫਿਰ ਦੁਖੀ ਹੋ ਕੇ ਰੋਂਦਾ ਹੋਇਆ ਇਸ ਸੰਸਾਰ ਤੋਂ ਜਾਂਦਾ। ਇਸ ਲਈ ਭਾਈ ਕਹਿੰਦਾ ਨਾਮ ਜਪਣਾ ਚਾਹੀਦਾ। ਕਿੰਨਾ ਕਿਹਾ ਵੀ ਇਹ ਜੀਵ ਜਿਹੜੀ ਰੱਬ ਦਾ ਨਾਮ ਨਹੀਂ ਜਪਦੀ, ਰੱਬ ਨੂੰ ਪਿਆਰ ਨਹੀਂ ਕਰਦੀ, ਕਿਸੇ ਹੋਰ ਨੂੰ ਪਿਆਰ ਕਰਦੀ, ਇਹੋ ਜਿਹੀ ਜੀਵ ਨੂੰ ਸੜ ਜਾਣਾ ਚਾਹੀਦਾ। ਇਸ ਲਈ ਇਸ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਅੱਗੇ ਕਹਿੰਦੇ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ। ਜਿਹੜੀ ਰਸਨਾ ਸਹਿਜ ਸੁਭਾਅ ਪਰਮਾਤਮਾ ਦੇ ਨਾਮ ਰਸ ਨੂੰ ਚਖਦੀ ਹੈ, ਨਾਮ ਰਸ ਨੂੰ ਮਾਣਦੀ ਹੈ। ਕਈ ਵਾਰੀ ਆਪਾਂ ਜਦੋਂ ਨਾਮ ਜਪਦੇ ਹਾਂ ਆਪਾਂ ਨੂੰ ਉਸ ਦੇ ਵਿੱਚ ਰਸ ਆਉਂਦਾ ਹੈ, ਬਾਣੀ ਪੜ੍ਹਦੇ ਹਾਂ ਉਸ 'ਚ ਰਸ ਆਉਂਦਾ ਹੈ। ਕਈ ਵਾਰੀ ਬਾਣੀ 'ਚ ਕੋਈ ਰਸ ਨਹੀਂ ਆਉਂਦਾ, ਨਾਮ 'ਚ ਰਸ ਨਹੀਂ ਆਉਂਦਾ, ਫਿਰ ਆਪਣਾ ਮਨ ਨਹੀਂ ਲੱਗਦਾ, ਫਿਰ ਮਨ ਨਹੀਂ ਲੱਗਦਾ। ਐਕਚੁਅਲੀ ਮਨ ਨਹੀਂ ਲੱਗਦਾ ਇਸ ਲਈ ਰਸ ਨਹੀਂ ਆਉਂਦਾ। ਜਦੋਂ ਬਾਣੀ ਪੜ੍ਹਨ 'ਚ ਨਾਮ 'ਚ ਮਨ ਲੱਗੇਗਾ ਫਿਰ ਹੀ ਰਸ ਆਵੇਗਾ। ਕਿਉਂਕਿ ਮਨੁੱਖ ਜਿਹੜੇ ਕੰਮ ਨਹੀਂ ਕਰਦਾ ਰਿਹਾ, ਜਦੋਂ ਉਹ ਕਰਨੇ ਪੈਂਦੇ ਨੇ ਉਹ ਫਿਰ ਮਜਬੂਰੀ 'ਚ ਕਰਦਾ, ਉਹਨੂੰ ਉਸ 'ਚ ਆਨੰਦ ਕੋਈ ਨਹੀਂ ਹੁੰਦਾ ਕੰਮ 'ਚ। ਹੁਣ ਇੱਕ ਬੰਦਾ ਸਾਰੀ ਉਮਰ ਪੁੱਠੇ ਕੰਮ ਕਰਦਾ ਰਿਹਾ, ਫਿਰ ਉਹਨੂੰ ਕਹੋ ਭਾਈ ਨਾਮ ਜਪਿਆ ਕਰ, ਬਾਣੀ ਪੜ੍ਹੇ, ਉਹਨੂੰ ਚੰਗੀ ਨਹੀਂ ਲੱਗਦੀ ਹੈ, ਉਹਨੂੰ ਇਸ 'ਚ ਰਸ ਹੀ ਕੋਈ ਨਹੀਂ ਹੁੰਦਾ। ਇਸ ਲਈ ਕਹਿੰਦੇ ਜਿਹੜੀ ਰਸਨਾ ਸਹਿ ਸੁਭਾ ਹਰੀ ਰਸ ਨਾਮ ਰਸ ਨੂੰ ਚਖਦੀ ਹੈ ਨਾ, ਗੁਰ ਕਿਰਪਾ ਤੇ ਸੱਚ ਸਮਾਏ। ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਭਾਵੇਂ ਇਹਨਾਂ ਨਾਮ ਜਪਦੀ ਹੈ ਕਿ ਹਰ ਵਕਤ ਪਰਮਾਤਮਾ ਦਾ ਨਾਮ ਵੀ ਜਪੀ ਦਿੰਦੇ, ਉਸ 'ਚ ਲੀਨ ਹੋ ਜਾਂਦੀ ਹੈ। ਸਾਚੇ ਰਾਤੀ ਗੁਰ ਸ਼ਬਦ ਵਿਚਾਰ। ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਵੀ ਗੁਰੂ ਮਹਾਰਾਜ ਕੀ ਕਹਿੰਦੇ ਨੇ, ਬਾਣੀ ਦੀ ਵਿਚਾਰ ਕਰਦਾ ਹੈ। ਬਾਣੀ ਪੜ੍ਹਨਾ, ਬਾਣੀ ਗਾਉਣਾ ਹੋਰ ਗੱਲ ਹੈ, ਬਾਣੀ ਦੀ ਵਿਚਾਰ ਕਰਨਾ ਹੋਰ ਗੱਲ ਹੈ। ਹੁਣ ਆਪਾਂ ਵਿਚਾਰ ਕਰ ਰਹੇ ਹਾਂ। ਜਦੋਂ ਬੰਦਾ ਵਿਚਾਰ ਕਰਦਾ ਹੈ ਫਿਰ ਉਹ ਉਸ ਪਾਸੇ ਨੂੰ ਲੱਗਦਾ ਹੈ ਵੀ ਹਾਂ ਬਾਣੀ ਕੀ ਕਹਿੰਦੀ ਹੈ। ਜਦੋਂ ਉਸਦੀ ਵਿਚਾਰ ਕਰਦਾ ਹੈ ਫਿਰ ਜਿਹੜਾ ਕਿ ਇਹੀ ਰਸਨਾ ਜਿਹੜੀ ਸਾਚੇ ਰਾਤੀ
ਪਰਮਾਤਮਾ ਦੇ ਪਿਆਰ 'ਚ ਰੰਗੀ ਜਾਂਦੀ ਹੈ। ਕਿਉਂ? ਫਿਰ ਉਹਨੂੰ ਸੋਝੀ ਹੋਈ ਹੈ ਵੀ ਉਹ ਬਾਣੀ ਪੜ੍ਹਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ। ਫਿਰ ਨਾਮ ਜਪਦੀ ਹੈ, ਫਿਰ ਪਰਮਾਤਮਾ ਦੇ ਰੰਗ 'ਚ ਰੰਗੀ ਜਾਂਦੀ ਹੈ। ਅੰਮ੍ਰਿਤ ਪੀਵੇ ਨਿਰਮਲ ਧਾਰ, ਫਿਰ ਨਿਰਮਲ ਧਾਰਾ ਅੰਮ੍ਰਿਤ ਦੀ ਚੱਲਦੀ ਅੰਦਰੋਂ ਨਾਮ ਅੰਮ੍ਰਿਤ ਚੱਲਦਾ ਹੈ। ਉਹ ਉਹਦੀ ਧਾਰ ਹੈ, ਉਹਦਾ ਆਨੰਦ ਮਾਣਦੀ ਹੈ, ਰਸ ਮਾਣਦੀ। ਨਾਮ ਸਮਾਵੈ ਜੋ ਭਾਂਡਾ ਹੋਏ, ਉਂਦੇ ਭਾਂਡਾ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਭਾਂਡਾ ਹੁੰਦਾ ਮਨ, ਹਿਰਦਾ। ਨਾਮ ਸਮਾਵੈ ਜੋ ਭਾਂਡਾ ਹੋਏ, ਉਸ ਹਿਰਦੇ ਦੇ ਵਿੱਚ ਹੀ ਨਾਮ ਸਮਾਉਂਦਾ ਹੈ, ਜਿਹੜਾ ਹਿਰਦਾ ਸਿੱਧਾ ਹੈ। ਹੁਣ ਮੰਨ ਲਓ ਤੁਸੀਂ ਕੋਈ ਚੀਜ਼ ਲੈਣੀ ਹੈ, ਤੁਹਾਨੂੰ ਹੱਥ ਇਸ ਤਰ੍ਹਾਂ ਕਰਨੇ ਪੈਣੇ ਸਿੱਧੇ। ਹੁਣ ਮੈਂ ਕੁਝ ਚੀਜ਼ ਮੈਂ ਹੱਥ ਨਾਲ ਪੁੱਠੇ ਕਰਨਾ, ਔਰ ਕਹੇਗਾ ਪਹਿਲਾਂ ਮੇਰੇ ਵੱਲ ਵੇਖੇਗਾ ਵੀ ਪਾਗਲ ਤਾਂ ਨਹੀਂ ਕਿਤੇ, ਅਤੇ ਜਾਂ ਕਹੇਗਾ ਭਾਈ ਇਹ ਸਿੱਧੇ ਕਰ ਹੱਥ। ਜੇ ਭਾਂਡਾ ਹੀ ਪੁੱਠਾ ਮੁੱਧਾ, ਉਸ 'ਚ ਕਹਿੰਦੇ ਕੀ ਹੋਣਾ? ਨਾਮ ਵੀ ਤਾਂ ਹੀ ਕਿਸੇ ਭਾਂਡੇ 'ਚ ਆ ਸਕਦਾ ਹੈ ਜੋ ਸਿੱਧਾ ਹੋਵੇ। ਨਾਮ ਸਮਾਵੈ ਜੋ ਭਾਂਡਾ ਹੋਏ, ਜਿਹੜਾ ਹਿਰਦਾ ਸਿੱਧਾ ਹੈ ਉਹ 'ਚ ਹੀ ਨਾਮ ਸਮਾ ਸਕਦਾ। ਹੁੰਦਾ ਹੁੰਦਾ ਪੁੱਠਾ, ਹੁੰਦਾ ਭਾਂਡਾ ਟਿਕਿਆ ਨਾ ਕੋਈ। ਪੁੱਠੇ ਭਾਂਡੇ ਦੇ ਵਿੱਚ ਕੁਝ ਟਿਕਦਾ ਹੀ ਨਹੀਂ ਹੈਗਾ। ਮੰਨ ਲਓ ਮੇਰੇ ਵਿਹੜੇ 'ਚ ਵੀ ਇੱਕ ਬਾਲਟੀ ਪਈ ਹੈ, ਗੁਆਂਢੀ ਦੇ ਵਿਹੜੇ 'ਚ ਬਾਲਟੀ ਪਈ। ਉਹਦੀ ਬਾਲਟੀ ਸਿੱਧੀ ਹੈ, ਮੇਰੀ ਬਾਲਟੀ ਮੁੱਧੀ ਮਾਰੀ ਹੋਈ ਹੈ। ਲੱਗ ਗਿਆ ਮੀਂਹ ਪੈਣ ਮੋਲੇ ਤਰ। ਜਦ ਮੀਂਹ ਹਟਦਾ ਹੈ, ਮੈਂ ਕਹਿੰਦਾ ਮੇਰੀ ਬਾਲਟੀ 'ਤੇ ਕਣੀ ਕੋਈ ਨਹੀਂ ਡਿੱਗੀ, ਗੁਆਂਢੀ ਦੀ ਬਾਲਟੀ ਭਰ ਗਈ ਹੈ। ਉਹਦੀ ਕਿਉਂ ਭਰ ਗਈ? ਉਹਦੀ ਬਾਲਟੀ ਸਿੱਧੀ ਸੀ, ਤੇਰੀ ਪੁੱਠੀ ਸੀ। ਇਸ ਲਈ ਮਨ ਰੂਪੀ ਭਾਂਡੇ ਨੂੰ ਸਿੱਧਿਆਂ ਕਰਨਾ ਪੈਂਦਾ, ਤਾਂ ਇਹਦੇ 'ਚ ਨਾਮ ਆਵੇਗਾ। ਹੁੰਦਾ ਭਾਂਡਾ ਟਿਕਾ ਨਾ ਕੋਈ, ਪੁੱਠੇ ਭਾਂਡੇ 'ਤੇ ਕੁਝ ਵੀ ਨਹੀਂ ਟਿਕਦਾ ਹੈ। ਗੁਰ ਸ਼ਬਦੀ ਮਨ ਨਾਮ ਨਿਵਾਸ, ਗੁਰੂ ਦੇ ਸ਼ਬਦ ਰਾਹੀਂ ਜਿਹੜਾ ਆਪਾਂ ਨੂੰ ਗੁਰਮੰਤਰ ਮਿਲਿਆ, ਵਾਹਿਗੁਰੂ ਵਾਹਿਗੁਰੂ, ਮਨ 'ਚ ਨਾਮ ਦਾ ਨਿਵਾਸ ਹੋ ਜਾਂਦਾ ਹੈ। ਨਾਮ ਹਿਰਦੇ 'ਚ ਵਸ ਜਾਂਦਾ ਹੈ। ਜਦੋਂ ਆਪਾਂ ਵਾਰੀ 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 ਨਾਮ ਜਪਦੇ ਨਾ, ਫਿਰ ਨਾਮ ਹਿਰਦੇ 'ਚ ਵਸ ਜਾਂਦਾ। ਜਦੋਂ ਫਿਰ ਨਾਮ ਹਿਰਦੇ 'ਚ ਵਸਦਾ, ਰਸਨਾ ਆਪਣੇ ਆਪ ਹੀ ਵਾਹਿਗੁਰੂ 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 ਕਰਦੀ ਰਹਿੰਦੀ ਹੈ। ਅਤੇ ਜਦੋਂ ਫਿਰ ਰਸਨਾ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜੇ ਨਾ, ਗੁਰਬਾਣੀ ਕਹਿੰਦੀ ਰਸਨਾ ਗੀਧੀ ਬੋਲਤ ਰਾਮ। ਗੀਧੀ ਮੇਰੇ ਗਿੱਝ ਗਈ, ਆਦੀ ਹੋ ਗਈ। ਜਦੋਂ ਰਸਨਾ ਰਾਮ ਰਾਮ ਕਰਨ ਦੀ ਆਦੀ ਹੋ ਗਈ ਨਾ, ਪੂਰਨ ਹੋਏ ਸਗਲੇ ਕੰਮ। ਹੇ ਇਨਸਾਨ, ਤੇਰੇ ਸਾਰੇ ਕੰਮ ਪੂਰਨ ਹੋ ਜਾਣਗੇ, ਤੇਰਾ ਕੰਮ ਹੀ ਕੋਈ ਨਹੀਂ ਅਧੂਰਾ ਰਹੇਗਾ। ਕਿਸੇ ਨਾਮ ਜਪੀ ਜਾਣਾ ਚਾਹੀਦਾ, ਜਪੀ ਜਾਣਾ ਚਾਹੀਦਾ, ਜਪੀ ਜਾਣਾ। ਹੌਲੀ ਹੌਲੀ ਜੀਵ ਨੂੰ ਫਿਰ ਆਦਤ ਪੈ ਜਾਏਗੀ ਵਾਹਿਗੁਰੂ ਵਾਹਿਗੁਰੂ ਕਰਦੇ। ਤੁਸੀਂ ਲੇਟੇ ਹੋ, ਬੈਠੇ ਹੋ, ਸੁੱਤੇ ਹੋ, ਜਾਗਦੇ ਹੋ, ਇਹ ਜੀਵ ਵਾਹਿਗੁਰੂ 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 ਕਰਦੀ ਰਹੇ। ਰਸਨਾ ਗੀਧੀ ਬੋਲਤ ਨਾਮ, ਪੂਰਨ ਹੋਏ ਸਗਲੇ ਕੰਮ। ਕਿਸੇ ਨਾਮ ਜਪਿਆ ਕਰੋ, ਤਾਂ ਜੋ ਸਾਡੇ ਕੰਮ ਅਧੂਰੇ ਨਾ ਰਹਿ ਜਾਣ, ਕੰਮ ਪੂਰੇ ਹੋ ਜਾਣ। ਕਈ ਵਾਰ ਆਪਾਂ ਕੋਈ ਕੰਮ ਸ਼ੁਰੂ ਕਰਦੇ ਹੋ, ਅਧੂਰਾ ਹੀ ਰਹਿ ਜਾਂਦਾ ਹੈ। ਕੋਈ ਅੜਚਨ ਆ ਜਾਂਦੀ, ਕੋਈ ਕੁਛ ਹੋ ਜਾਂਦਾ, ਕਿਉਂਕਿ ਨਾਮ ਜਪਿਆ ਨਹੀਂ ਹੈਗਾ। ਇਸ ਲਈ ਕਾਰਜ ਸਿੱਧ ਨਹੀਂ ਫਿਰ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੁਰ ਸ਼ਬਦੀ ਮਨ ਨਾਮ ਨਿਵਾਸ, ਗੁਰੂ ਦੇ ਸ਼ਬਦ ਰਾਹੀਂ ਮਨ 'ਚ ਨਾਮ ਦਾ ਨਿਵਾਸ ਹੋ ਜਾਂਦਾ ਹੈ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ, ਜਿਹਨੂੰ ਨਾਮ ਦੀ ਤਮੰਨਾ ਪਿਆਸ ਹੈ, ਜਿਸ ਹਿਰਦੇ ਨੂੰ ਪਰਮਾਤਮਾ ਦੇ ਨਾਮ ਦੀ ਪਿਆਸ ਹੈ ਨਾ, ਸੱਚਾ ਭਾਂਡਾ ਤੇ ਅਸਲ 'ਚ ਉਹੀ ਹੈ, ਸਿੱਧਾ ਭਾਂਡਾ ਤੇ ਉਹੀ ਹੈ। ਅੰਦਰ ਤਮੰਨਾ ਹੋਣੀ ਚਾਹੀਦੀ ਹੈ ਨਾਮ ਦੀ। ਇੱਕ ਹੁੰਦਾ ਧੱਕੇ ਨਾਲ ਮਜਬੂਰੀ 'ਚ ਨਾਮ ਜਪਣਾ, ਇੱਕ ਹੁੰਦਾ ਮਨ ਕਰੇ। ਜਦੋਂ ਨਾਮ ਜਪਣ ਨੂੰ ਮਨ ਕਰੇ, ਹੋਰ ਕਰੇ, ਹੋਰ ਕਰੇ, ਹੋਰ ਕਰੇ, ਇਹਦੇ ਬਾਅਦ ਹੁਣ ਗੱਲ ਬਣ ਸਕਦੀ ਕਿਸੇ ਵੇਲੇ।
ਗੌੜੀ ਗੁਆਰੇਰੀ ਮਹਿਲਾ ਤੀਜਾ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੇਂ ਬਿਰਥਾ ਜਾਏ। ਗਾਵਣ ਗਾਵੇਂ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ। ਰਹਾਉ। ਇੱਕ ਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਈੜੀ ਨਸਿਆਰੀ, ਕੱਕੇ ਨਸਿਆਰੀ ਇੱਕ। ਇਹ ਹੈ ਬਹੁਵਚਨ, ਅਰਥ ਹੈ ਕਈ। ਦੂਜਾ ਸਰੂਪ ਹੈ ਈੜੀ ਨਸਿਆਰੀ, ਕੱਕੇ ਨੂੰ ਔਂਕੜ ਇੱਕ। ਉਹ ਇੱਕ ਹੈ ਅਤੇ ਪੁਲਿੰਗ ਹੈ। ਤੀਸਰਾ ਸਰੂਪ ਹੈ ਈੜੀ ਨਸਿਆਰੀ ਕੱਕਾ ਇੱਕ, ਅਰਥ ਹੈ ਇੱਕ, ਪਰ ਹੈਗਾ ਇਸਤਰੀ ਲਿੰਗ। ਜੇ ਮੰਨ ਲ ਕੋਈ ਗੁਰਬਾਣੀ ਲਿਖੇ ਇੱਕ ਲੜਕੀ, ਤਾਂ ਉੱਥੇ ਈੜੀ ਨਸਿਆਰੀ ਕੱਕਾ ਹੋਏਗਾ, ਇੱਕ ਲੜਕੀ। ਇੱਕ ਲੜਕਾ, ਫਿਰ ਉੱਥੇ ਈੜੀ ਨਸਿਆਰੀ ਕੱਕੇ ਨੂੰ ਔਂਕੜ ਇੱਕ ਲੜਕਾ। ਜਿੱਥੇ ਹੋਏਗਾ ਕਈ ਲੜਕੇ, ਉੱਥੇ ਈੜੀ ਨਸਿਆਰੀ ਕੱਕੇ ਨਸਿਆਰੀ ਹੋਏਗੀ। ਸੋ ਇਹ ਤਿੰਨਾਂ ਦੇ ਅਰਥ ਅੱਡ ਅੱਡ ਨੇ, ਉਚਾਰਨ ਇੱਕੋ ਹੀ ਹੈ। ਉਚਾਰਨ ਤਿੰਨਾਂ ਦਾ ਇੱਕ ਹੀ ਹੈ, ਅਰਥ ਅੱਡ ਅੱਡ ਨੇ। ਸੋ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ। ਕਈ ਗਾਉਂਦੇ ਤਾਂ ਹਨ, ਪਰ ਮਨ 'ਚ ਕੋਈ ਸਵਾਦ ਨਹੀਂ ਆਉਂਦਾ ਗਾਉਣ ਦਾ, ਕਿਉਂ ਰੁਚੀ ਨਹੀਂ ਨਾ ਹੈਗੀ। ਕਿਸੇ ਚੀਜ਼ ਦਾ ਆਨੰਦ ਸਵਾਦ ਤਾਂ ਹੀ ਹੁੰਦਾ ਜੇ ਉਹ 'ਚ ਰੁਚੀ ਹੋਵੇ। ਗਾ ਰਹੇ ਨੇ, ਉਸ ਦੇ ਪੈਸੇ ਦੀ ਖਾਤਰ ਗਾ ਰਹੇ ਹਨ। ਬਹੁਤ ਸਾਰੇ ਲੋਕ ਨੇ ਜਿਹੜੇ ਪਾਠ ਕਰਦੇ ਪੈਸੇ ਦੀ ਖਾਤਰ ਪਾਠ ਕਰਦੇ ਨੇ, ਮਨ ਲੱਗੇ ਨਾ ਲੱਗੇ, ਹੁਣ ਤਾਂ ਪੈਸੇ ਲੈਣੇ। ਕੀਰਤਨ ਕਰ ਰਹੇ ਨੇ ਪੈਸੇ ਦੀ ਖਾਤਰ, ਕਥਾ ਵਾਰਤਾ ਕਰ ਰਹੇ ਪੈਸੇ ਦੀ ਖਾਤਰ, ਦੀਵਾਨ ਲਾ ਰਹੇ ਨੇ ਪੈਸੇ ਦੀ ਖਾਤਰ, ਕਿਉਂਕਿ ਉੱਥੇ ਉਦੇਸ਼ ਪੈਸਾ ਕਮਾਉਣਾ। ਇਸ ਲਈ ਮਨ ਨੂੰ ਸਵਾਦ ਨਹੀਂ ਕੋਈ ਆਉਂਦਾ। ਮਨ ਨੂੰ ਸਵਾਦ ਤਾਂ ਹੀ ਆਉਂਦਾ ਜੇ ਰੁਚੀ ਹੋਏ। ਇੱਕ ਗਾਵਤ ਰਹੇ ਕਈ ਗਾਉਂਦੇ ਤਾਂ ਹਨ, ਮਨ ਸਾਧ ਨਾ ਪਾਏ। ਮਨ ਨੂੰ ਸਵਾਦ ਨਹੀਂ ਆਉਂਦਾ, ਕੋਈ ਆਨੰਦ ਨਹੀਂ ਆਉਂਦਾ। ਕਿਉਂ? ਹਉਮੈ ਵਿੱਚ ਗਾਵੇਂ ਬਿਰਥਾ ਜਾਏ। ਕਿਉਂਕਿ ਜਦੋਂ ਗਾਉਂਦੇ ਨੇ ਅੰਦਰ ਹਉਮੈ ਹੁੰਦੀ ਹੈ ਵੀ ਮੇਰੇ ਵਰਗਾ ਕੋਈ ਗਾਉਂਦਾ ਹੀ ਨਹੀਂ, ਮੈਂ ਤਾਂ ਬੜਾ ਵਧੀਆ ਗਾਉਂਦਾ ਹਾਂ, ਮੇਰੀ ਤਾਂ ਆਵਾਜ਼ ਬੜੀ ਵਧੀਆ ਹੈ। ਉਹ ਹਉਮੈ ਕਰਦਾ ਹੈ, ਇਸ ਲਈ ਉਹਨੂੰ ਗਾਉਂਦਾ ਤਾਂ ਪੈਸੇ ਦੀ ਖਾਤਰ, ਰਸ ਨਹੀਂ ਉਹਨੂੰ ਆਉਂਦਾ। ਹਉਮੈ ਵਿੱਚ ਗਾਵੇਂ ਬਿਰਥਾ ਜੇ। ਹਉਮੈ ਵਿੱਚ ਫਿਰ ਜਿਹੜੇ ਗਾਉਂਦੇ ਨੇ, ਇਸ ਲਈ ਉਹਨਾਂ ਦਾ ਵਿਅਰਥ ਚਲਾ ਜਾਂਦਾ, ਥਾਂ ਨਹੀਂ ਪੈਂਦਾ। ਨਾਮ ਜਪਿਆ, ਬਾਣੀ ਪੜ੍ਹੀ, ਕੀਰਤਨ ਕੀਤਾ, ਪਰ ਅੰਦਰ ਹਉਮੈ, ਇਸ ਲਈ ਵਿਅਰਥ ਹੀ ਚਲੇ। ਉਹ ਪਰਮਾਤਮਾ ਦੀ ਦਰ 'ਤੇ ਪ੍ਰਵਾਨ ਹੀ ਨਹੀਂ ਹੁੰਦਾ, ਬਿਰਥ ਜਾਂਦਾ। ਸੋ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਕੀਰਤਨ ਕਰਨਾ ਹੈ, ਕਥਾ ਵਾਰਤਾ ਕਰਨੀ ਹੈ, ਅੰਦਰ ਹਉਮੈ ਨਹੀਂ ਆਉਣੀ ਚਾਹੀਦੀ। ਇਹ ਤਾਂ ਸਭ ਕਹਿਣਾ ਚਾਹੀਦਾ ਪਰਮਾਤਮਾ ਦੀ ਕਿਰਪਾ ਹੈ, ਮੈਨੂੰ ਉਸਨੇ ਗੁਣ ਦਿੱਤਾ ਹੋਇਆ। ਸਾਰਿਆਂ ਨੂੰ ਮਿੱਠੀ ਆਵਾਜ਼ ਨਹੀਂ ਪਰਮਾਤਮਾ ਦਿੰਦਾ, ਕਿਸੇ ਕਿਸੇ ਨੂੰ ਮਿੱਠੀ ਆਵਾਜ਼ ਦਿੰਦਾ ਹੈ। ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਮੇਰੀ ਆਵਾਜ਼ ਮਿੱਠੀ ਹੈ, ਬਾਕੀ ਤਾਂ ਐਵੇਂ ਕਾਮਾਂ ਵਾਂਗੂ ਬੋਲੀ ਜਾਂਦੇ ਨੇ। ਹਉਮੈ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਇਸ ਲਈ ਅਗਰ ਕੋਈ ਕੋਲ ਗੁਣ ਹੈ ਤਾਂ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਵੀ ਤਾਂ ਉਹਦੀ ਕਿਰਪਾ, ਉਹਨੇ ਗੁਣ ਦਿੱਤਾ ਹੋਇਆ। ਅਮੀਰੀ ਮਿਲੀ ਤਾਂ ਵੀ ਉਹਦਾ ਧੰਨਵਾਦ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਕਰੋੜਾਂ ਲੋਕ ਨੇ ਜਿਹਨਾਂ ਨੂੰ ਖਾਣ ਪੀਣ ਨੂੰ ਨਹੀਂ ਮਿਲਦਾ, ਤੂੰ ਮੈਨੂੰ ਕਿੰਨਾ ਕੁਛ ਦਿੱਤਾ ਹੋਇਆ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਬਹੁਤ ਹੀ ਜ਼ਿੰਦਗੀ ਦਾ ਸਮਾਂ ਧੰਨਵਾਦ ਦੇ ਵਿੱਚ ਜਿਵੇਂ ਹੁੰਦਾ। ਦੂਜਿਆਂ ਵੱਲ ਵੇਖੀਦਾ ਕਿ ਜੇ ਤੁਸੀਂ ਸੁਖੀ ਰਹਿਣਾ, ਆਪਣੇ ਤੋਂ ਨੀਵਿਆਂ ਵੱਲ ਵੇਖੋ। ਤਰੱਕੀ ਕਰਨੀ ਹੈ, ਆਪਣੇ ਤੋਂ ਉੱਚਿਆਂ ਵੱਲ ਵੇਖੋ। ਨੀਵਿਆਂ ਵੱਲ ਵੇਖ ਕੇ ਤੁਸੀਂ ਤਰੱਕੀ ਨਹੀਂ ਕਰ ਸਕਦੇ। ਸੰਤੁਸ਼ਟ ਰਹਿਣਾ ਹੈ, ਖੁਸ਼ ਰਹਿਣਾ ਹੈ, ਫਿਰ ਆਪਣੇ ਤੋਂ ਨੀਵਿਆਂ ਵੱਲ ਵੇਖੋ ਕਿ ਮੈਂ ਨਾ ਤਾਂ ਵਧੀਆ ਖਾਣਾ, ਮੈਂ ਨਾ ਤਾਂ ਵਧੀਆ ਪਹਿਨਦਾ, ਮੈਂ ਨਾ ਤਾਂ ਵਧੀਆ ਘਰ 'ਚ ਰਹਿਣਾ ਹਾਂ, ਕਿਉਂਕਿ ਤੁਸੀਂ ਉੱਧਰ ਵੇਖਿਆ ਤੁਹਾਡੇ ਮਨ ਨੂੰ ਸੰਤੁਸ਼ਟੀ ਹੈ। ਅਗਰ ਤੁਸੀਂ ਤਰੱਕੀ ਕਰਨੀ ਹੈ, ਫਿਰ ਉੱਪਰ ਵੱਲ ਵੇਖਣਾ ਪਏਗਾ। ਉੱਪਰ ਵੱਲ ਵੇਖਿਆ ਤਾਂ ਹੀ ਤਰੱਕੀ ਹੋਵੇਗੀ।
ਇਸ ਕਰਕੇ ਹਉਮੈ ਨਹੀਂ ਕਰਨੇ, ਸਗੋਂ ਧੰਨਵਾਦ ਕਰਨਾ ਪਰਮਾਤਮਾ ਨੂੰ। ਇਹ ਸਖਤ ਹਦਾਇਤ ਹੈ ਤਾਂ ਜਿਹੜੇ ਇਸ ਪਾਸੇ ਨੂੰ ਤੁਰਦੇ ਨੇ, ਜਿਨ੍ਹਾਂ ਨੇ ਨਾਮ ਵਾਲੇ ਪਾਸੇ ਤੁਰਨਾ ਹੈ, ਉਹਨਾਂ ਕਿਸੇ ਵੀ ਗੁਣ 'ਤੇ, ਕਿਸੇ ਵੀ ਚੀਜ਼ 'ਤੇ ਹੰਕਾਰ ਨਹੀਂ ਕਰਨਾ। ਐ ਨਹੀਂ ਸਮਝਣਾ ਇਹ ਮੇਰੇ ਕਾਰਨ ਹੈ, ਨਹੀਂ, ਇਹ ਤਾਂ ਦਾਤੇ ਦੀ ਕਿਰਪਾ ਹੈ। ਮੇਰੇ ਐਂ ਕਹਿਣਾ ਉਹਦੀ ਕਿਰਪਾ ਹੈ। ਗਾਵਣ ਗਾਵੇਂ ਜਿਨ ਨਾਮ ਪਿਆਰ। ਅਸਲ ਤਾਂ ਗੀਤ ਉਹ ਗਾਉਂਦੇ ਜਿਹਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਉਹੀ ਗਾਉਂਦੇ ਅਸਲ 'ਚ। ਪਿਆਰ ਤੋਂ ਬਿਨਾਂ ਜਿਹੜਾ ਗਾਉਣਾ, ਇਹ ਤਾਂ ਮਾਇਆ ਦੀ ਖਾਤਰ ਗਾਉਣਾ, ਇਹ ਤਾਂ ਹੰਕਾਰ ਦੀ ਖਾਤਰ ਗਾਉਣਾ। ਜੇ ਅੰਦਰ ਪਿਆਰ ਹੈ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ, ਅੱਧੀ ਰਾਤ ਨੂੰ ਵੀ ਜੇ ਤੁਸੀਂ ਰੌਲ ਲਾਓਗੇ। ਜੇ ਵੱਜੇ ਰੁੱਝੇ ਆਓਗੇ, ਪਹਿਲੇ ਤਾਂ ਬਹਾਨੇ ਬਣਾਓਗੇ ਜੀ, ਉਹ ਜੀ ਆਵਾਜਾਈ ਦਾ ਸਾਧਨ ਨਹੀਂ ਹੈ, ਉਹ ਜੀ ਅੱਜ ਕੱਲ੍ਹ ਬੱਦਲਵਾਈ ਹੈ, ਉਹ ਜੀ ਉਹ ਫਲਾਣਾ ਜੀ, ਫਿਰ ਉਹ ਜੀ ਕਰੇ ਟਾਲਣ ਦੀ ਕੋਸ਼ਿਸ਼ ਕਰੇਗਾ। ਕਿਉਂ? ਅੰਦਰ ਗੁਰੂ ਨਾਲ ਪਿਆਰ ਨਹੀਂ, ਬਾਣੀ ਨਾਲ ਪਿਆਰ ਨਹੀਂ, ਉਹ ਰੌਲ ਲਾਉਣ ਨੂੰ ਵੀ ਬੋਝ ਸਮਝਦਾ ਹੈ। ਕਹਿੰਦੇ ਨੇ ਜਿੱਥੇ ਸੰਤ ਜੀ ਬੈਠੇ ਨੇ, ਦੇਖੋ ਦਾਤੇ ਦੀ ਕਿੰਨੀ ਕਿਰਪਾ, ਹਮੇਸ਼ਾ ਐਕਟਿਵ ਰਹਿੰਦੇ, ਜਿਸ ਵੇਲੇ ਮਰਜ਼ੀ ਲਾ ਲਓ, ਜਿੰਨੀ ਮਰਜ਼ੀ ਰੌਲਾ ਲਵਾ ਲਓ, ਨਾ ਹੀ ਕੋਈ ਨਹੀਂ, ਜੇ ਮਰਜ਼ੀ ਲਵਾ ਲਓ, ਜਿੰਨੀ ਵਾਰੀ ਮਰਜ਼ੀ ਲਵਾ ਲਓ। ਦਾਤੇ ਦੀ ਕਿਰਪਾ ਹੈ। ਸਾਡੇ ਆਂਗੇ ਬੁੱਢੇ ਨੇ ਵੀ, ਪਰ ਅੰਦਰ ਸ਼ੌਕ ਹੈ। ਵੱਡੀ ਗੱਲ ਤਾਂ ਹੁੰਦੀ ਸ਼ੌਕ ਦੀ। ਗੁਰੂ ਨਾਲ ਪਿਆਰ ਹੈ, ਗੁਰੂ ਨਾਲ ਪਿਆਰ ਹੈ ਤਾਂ ਫਿਰ ਗੁਰੂ ਦੀ ਬਾਣੀ ਨਾਲ ਵੀ ਪਿਆਰ ਹੈ। ਜੇ ਗੁਰੂ ਨਾਲ ਹੀ ਪਿਆਰ ਨਹੀਂ, ਫਿਰ ਬਾਣੀ ਨਾਲ ਵੀ ਪਿਆਰ ਨਹੀਂ, ਤੇ ਨਾਮ ਨਾਲ ਵੀ ਪਿਆਰ ਨਹੀਂ। ਜਿਹਦੇ ਨਾਲ ਪਿਆਰ ਹੋਵੇ ਉਹਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ। ਕਹਿੰਦੇ ਚੁੰਮ ਚੁੰਮ ਰੱਖਾਂ ਨੀ ਮੈਂ ਕਲਗੀ ਜੁਝਾਰ ਦੇ। ਕਲਗੀ ਨਹੀਂ ਪਿਆਰੀ, ਜੁਝਾਰ ਪਿਆਰਾ ਹੈ। ਜੁਝਾਰ ਪਿਆਰਾ ਹੈ, ਇਸ ਕਲਗੀ ਵੀ ਪਿਆਰੀ ਹੈ। ਜੇ ਜੁਝਾਰ ਹੀ ਨਹੀਂ ਪਿਆਰਾ ਤੇ ਉਹਦੀ ਕਲਗੀ ਵੀ ਨਹੀਂ ਪਿਆਰੀ। ਤਾਜ਼ਾ ਤਾਜ਼ਾ ਵਿਆਹ ਹੁੰਦਾ ਹੈ, ਪਤਨੀ ਨੂੰ ਪਤੀ ਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ। ਜਦੋਂ ਥੋੜ੍ਹਾ ਸਮਾਂ ਲੰਘਦਾ ਹੈ, ਫਿਰ ਉਹ ਪਿਆਰ ਘਟੀ ਜਾਂਦਾ ਦਿਨੋਂ ਦਿਨ। ਫਿਰ ਉਸੇ ਕੰਮ ਨੂੰ ਕੋਈ ਸਮੇਂ ਬਾਅਦ ਬੋਝ ਸਮਝਣ ਲੱਗ ਜਾਂਦੀ ਹੈ। ਉਸੇ ਕੰਮ ਨੂੰ ਬੋਝ ਸਮਝ। ਜਦੋਂ ਵਿਆਹ ਹੁੰਦਾ ਹੈ, ਆਪ ਪ੍ਰੈਸ ਕਰਦੀ ਹੈ, ਆਪਣੇ ਪਤੀ ਦੇ ਆਪ ਕੱਪੜੇ ਧੁੰਦੀ ਹੈ, ਆਪ ਪ੍ਰੈਸ ਕਰਦੀ, ਕਿਉਂਕਿ ਪਿਆਰ ਹੈ, ਪਤੀ ਨਾਲ ਪਿਆਰ ਹੈ, ਉਹਦੇ ਕੱਪੜਿਆਂ ਨਾਲ ਪਿਆਰ ਹੈ। ਜਦੋਂ ਪਤੀ ਨਾਲ ਪਿਆਰ ਘਟਦਾ ਹੈ ਤਾਂ ਫਿਰ ਜਿਹੜਾ ਕੱਪੜੇ ਉਹ ਆਪਣੀ ਪ੍ਰਪਾ ਵਿਹਲੀ ਹੋਵੇ, ਫਿਰ ਉਹਦੇ ਪ੍ਰੈਸ ਕਰਨ ਵਾਲੇ ਕੋਲ ਜਾਂਦੇ ਨੇ। ਪਤੀ ਨਾਲ ਪਿਆਰ ਤੇ ਰੁਮਾਲ ਨਾਲ ਵੀ ਪਿਆਰ ਹੈ। ਅਤੇ ਜੇ ਪਤੀ ਨਾਲ ਪਿਆਰ ਨਹੀਂ ਤਾਂ ਕੀ ਹੈ, ਨੱਕ ਜੇ ਸੁਣ ਕੇ ਰੁਮਾਲ ਗਿਲ ਖਰਾਬ ਕਰ ਦਿੰਦਾ, ਮੈਨੂੰ ਕਹਿੰਦਾ ਧੋ ਇਹਨੂੰ, ਫਿਰ ਐਂ ਕਹੂੰ। ਇਸ ਲਈ ਗੁਰੂ ਨਾਲ ਪਿਆਰ ਹੈ ਅਤੇ ਗੁਰੂ ਦੀ ਹਰ ਇੱਕ ਚੀਜ਼ ਨਾਲ ਪਿਆਰ। ਅਤੇ ਜੇ ਗੁਰੂ ਨਾਲ ਹੀ ਪਿਆਰ ਨਹੀਂ ਤਾਂ ਫਿਰ ਕਿਸੇ ਚੀਜ਼ ਨਾਲ ਪਿਆਰ ਨਹੀਂ ਹੋ ਸਕਦਾ। ਇਸ ਲਈ ਗਾਵਣ ਗਾਵੇਂ ਜਿਨ ਨਾਮ ਪਿਆਰ। ਗੀਤ ਰੱਬੀ ਗੀਤ ਉਹੀ ਗਾਉਂਦੇ ਜਿਹਨਾਂ ਦੇ ਪਰਮਾਤਮਾ ਨਾਮ ਨਾਲ ਪਿਆਰ ਹੈ। ਸਾਚੀ ਬਾਣੀ ਸ਼ਬਦ ਵਿਚਾਰ, ਇਹ ਜਿਹੜੀ ਸੱਚੀ ਬਾਣੀ ਹੈ, ਇਸ ਸ਼ਬਦ ਦੀ ਫਿਰ ਉਹ ਵਿਚਾਰ ਕਰਦੇ ਨੇ। ਵਿਚਾਰ ਕਰਦੇ, ਜਦੋਂ ਫਿਰ ਵਿਚਾਰ ਕਰਦੇ ਨੇ, ਹੌਲੀ ਹੌਲੀ ਉਹਨਾਂ ਦੇ ਨਾਮ ਨਾਲ ਫਿਰ ਪਿਆਰ ਬਣ ਜਾਂਦਾ। ਗਾਵਤ ਰਹਿ ਜੇ ਸਤਿਗੁਰ ਭਾਵੇ। ਜੇ ਗੁਰੂ ਨੂੰ ਚੰਗਾ ਲੱਗੇ ਉਹ ਤਾਂ ਫਿਰ ਗਾਉਂਦਾ ਰਹਿੰਦਾ। ਜਿਹੜਾ ਇਨਸਾਨ ਗੁਰੂ ਨੂੰ ਚੰਗਾ ਲੱਗਦਾ ਹੈ, ਉਹ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਮਨ ਤਨ ਰਾਤਾ ਨਾਮ ਸੁਹਾਵੇ। ਨਾਮ ਦੇ ਨਾਲ ਉਹਦਾ ਮਨ ਅਤੇ ਤਨ ਰੰਗਿਆ ਜਾਂਦਾ ਹੈ, ਪਿਆਰ 'ਚ ਸੁਹਾਵੇ, ਉਹਦਾ ਜੀਵਨ ਸੋਹਣਾ ਹੋ ਜਾਂਦਾ ਹੈ। ਨਾਮ ਨੇ ਜੀਵਨ ਨੂੰ ਸੁਹਾਵਣਾ ਕਰਨਾ। ਕਈ ਵਾਰੀ ਆਪਾਂ ਕਹਿੰਦੇ ਮੌਸਮ ਬੜਾ ਸੁਹਾਵਣਾ ਹੈ, ਚੰਗਾ ਲੱਗਦਾ ਨਾ। ਜਿਹੜਾ ਮੌਸਮ ਚੰਗਾ ਲੱਗੇ, ਆਪਾਂ ਕਹਿੰਦੇ ਮੌਸਮ ਬੜਾ ਸੁਹਾਵਣਾ ਹੈ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਨਾਮ ਹੈ, ਸਾਡੇ ਜੀਵਨ ਨੂੰ ਸੁਹਾਵਣਾ ਕਰਦਾ ਹੈ, ਇਹ ਜੀਵਨ ਨੂੰ ਸੋਹਣਾ ਸੁਖਦਾਈ ਕਰਦਾ ਹੈ।
ਇੱਕ ਗਾਵੇਂ ਇੱਕ ਭਗਤ ਕਰੇ, ਇੱਕ ਬਹੁਵਚਨ ਇਸ ਲਈ ਗਾਵੇਂ। ਇੱਕ ਗਾਵੇਂ ਇੱਕ ਭਗਤ ਕਰੇ, ਕਰੇ ਰਾਰੇ ਲਾ ਨਾਲ ਬਿੰਦੇ ਕਰਦੇ ਹਨ। ਨਾਮ ਨਾ ਪਾਵੇਂ ਬਿਨ ਅਸਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ। ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਇੱਕ ਗਾਵੇਂ, ਕਈ ਪਰਮਾਤਮਾ ਦੇ ਗੁਣ ਗਾਉਂਦੇ ਹਨ। ਇੱਕ ਭਗਤ ਕਰੇ, ਕਈ ਉਹਦੀ ਭਗਤੀ ਕਰਦੇ ਹਨ। ਨਾਮ ਨਾ ਪਾਵੇਂ ਬਿਨ ਸਨੇਹ, ਪਰ ਅੰਦਰ ਪਰਮਾਤਮਾ ਨਾਲ ਪਿਆਰ ਹੈ ਨਹੀਂ, ਇਸ ਲਈ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰਮੰਤਰ ਦਾ ਜਿਹਦੀ ਮਰਜ਼ੀ ਪ੍ਰਾਪਤ ਕਰ ਲਓ। ਗੁਰੂਆਂ ਵੇਲੇ ਤਾਂ ਮਾੜੇ ਬੰਦੇ ਗੁਰਮੰਤਰ ਹੀ ਨਹੀਂ ਸੀ ਮਿਲਦਾ। ਕਿਸੇ ਚੋਰ, ਡਾਕੂ, ਲਟੇਰੇ, ਠੱਗ, ਬਦਮਾਸ਼, ਕਿਸੇ ਨੂੰ ਭੈੜੇ ਬੰਦੇ ਨੇ ਗੁਰਮੰਤਰ ਹੀ ਨਹੀਂ ਸੀ ਦਿੰਦੇ, ਕਿ ਉਹ ਜਾਣੀ ਜਾਣ ਸਨ। ਉਹ ਕਹਿੰਦੇ ਪਹਿਲਾਂ ਬੁਰਾਈ ਛੱਡ, ਉਹਦੀ ਬੁਰਾਈ ਛਡਾ ਕੇ ਫਿਰ ਉਸ ਨੂੰ ਗੁਰਮੰਤਰ ਦੀ ਦਾਤ ਦਿੰਦੇ ਸੀ। ਅੱਜ ਕੱਲ੍ਹ ਜਿੰਨੇ ਅੰਮ੍ਰਿਤ ਛਕਾਉਣ ਵਾਲੇ ਹਨ, ਕਿਸੇ ਨੂੰ ਗਿਆਨ ਹੀ ਨਹੀਂ ਹੈ ਕਿ ਜਿਹੜਾ ਸਾਹਮਣੇ ਬੰਦਾ ਖੜਾ ਹੈ ਇਹ ਕਿਹੋ ਜਿਹਾ ਹੈ, ਇਹ ਕਿਹੋ ਜਿਹਾ ਪਤਾ ਹੀ ਨਹੀਂ। ਇਸ ਲਈ ਜਿਹੜਾ ਆ ਕੇ ਉਹਨੂੰ ਅੰਮ੍ਰਿਤ ਛਕਾ ਦਿੰਦੇ ਨੇ, ਉਹ ਗੁਣਿਆਰੇ ਨੂੰ ਛਕਾਈ ਜਾ ਰਹੇ। ਇਸ ਲਈ ਕੁਝ ਦੇਰ ਸਮੇਂ ਬਾਅਦ ਛੱਡ ਦਿੰਦਾ ਹੈ ਅੰਮ੍ਰਿਤ। ਛੱਡ ਦਿੰਦਾ, ਕਿਉਂ ਛੱਡ ਦਿੰਦਾ ਹੈ? ਅੰਦਰ ਬੁਰਾਈ ਹੈ, ਉਹ ਇਹ ਨਾਮ ਨੂੰ ਅੰਦਰ ਟਿਕਣ ਹੀ ਨਹੀਂ ਦਿੰਦੇ। ਅੰਦਰਲੀ ਬੁਰਾਈ ਹੈ, ਉਹ ਛੱਡ ਯਾਰ, ਕਿੱਥੇ ਕਿਰਪਾਨ ਪਾਈ ਮੈਂ ਭਾਰ ਚੱਕੇ, ਰਾਤ ਨੂੰ ਸੌਣਾ ਵੀ ਔਖਾ ਤੇ ਪੈਂਟ ਪੁੰਡ ਪਾਣੀ ਵੀ ਔਖੀ, ਛੱਡ ਪਰ। ਅੰਦਰ ਬੁਰਾਈ ਹੈ, ਉਹ ਰਹਿਣ ਨਹੀਂ ਦਿੰਦੇ। ਸਾਰੇ ਦਸਾਂ ਦੇ ਦਸਾਂ ਗੁਰੂ ਜੀਵਨ ਪੜ੍ਹ ਕੇ ਦੇਖੋ, ਉਹਨਾਂ ਕਿਸੇ ਵੀ ਭੈੜੇ ਬੰਦੇ ਨੂੰ ਗੁਰਮੰਤਰ ਨਹੀਂ ਦਿੱਤਾ। ਪਹਿਲਾਂ ਤਾਂ ਬੁਰਾਈ ਛਡਾਈ, ਫਿਰ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ। ਸੋ ਇਸ ਲਈ ਜਦੋਂ ਫਿਰ ਪਤਾ ਲੱਗ ਜਾਏ ਵੀ ਤਾਂ ਠੀਕ, ਉਹਨੂੰ ਕਹਿ ਭਾਈ ਤੂੰ ਆਪਣੇ ਪਹਿਲਾਂ ਠੀਕ ਕਰ, ਫਿਰ ਆਈ। ਇੱਕ ਗਾਵੇਂ ਇੱਕ ਭਗਤ ਕਰੇ, ਕਈ ਰੱਬੀ ਗੀਤ ਗਾਉਂਦੇ ਨੇ, ਭਗਤੀ ਕਰਦੇ ਨੇ। ਨਾਮ ਨਾ ਪਾਵੇਂ ਬਿਨ ਸਨੇਹ, ਪਰ ਅੰਦਰ ਪਿਆਰ ਨਾ ਹੋਣ ਕਰਕੇ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸੱਚੀ ਭਗਤ ਗੁਰ ਸ਼ਬਦ ਪਿਆਰ। ਸੱਚੀ ਭਗਤੀ ਕੀ ਹੈ? ਗੁਰੂ ਨੇ ਜਿਹੜਾ ਸ਼ਬਦ ਦਿੱਤਾ ਹੈ, ਗੁਰਮੰਤਰ ਦਿੱਤਾ ਹੈ, ਬਾਣੀ ਜੋ ਹੈ, ਇਹਦੇ ਨਾਲ ਪਿਆਰ ਹੋਵੇ। ਜੇ ਤੁਹਾਡਾ ਗੁਰਮੰਤਰ ਨਾਲ ਪਿਆਰ ਹੈ, ਬਾਣੀ ਨਾਲ ਪਿਆਰ ਹੈ, ਸਮਝੋ ਤੁਸੀਂ ਸੱਚੀ ਭਗਤੀ ਕਰ ਰਹੇ ਹੋ। ਜੇ ਪਿਆਰ ਹੀ ਨਹੀਂ ਤਾਂ ਫਿਰ ਉਹ ਭਗਤੀ ਨਹੀਂ ਹੋ ਸਕਦੀ, ਕਿਉਂ? ਅੰਦਰ ਅਸਨੇ ਅੰਦਰ ਪਿਆਰ ਹੀ ਨਹੀਂ ਹੈ। ਜਿਹਦਾ ਅਸੀਂ ਨਾਮ ਜਪ ਰਹੇ ਹਾਂ, ਉਹਦੇ ਪ੍ਰਤੀ ਸਾਡੇ ਅੰਦਰ ਪਿਆਰ ਹੀ ਨਹੀਂ ਹੈਗਾ, ਫਿਰ ਉਹ ਭਗਤੀ ਪ੍ਰਵਾਨ ਨਹੀਂ ਹੁੰਦੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਤੋਂ ਉਹਨੂੰ ਮਿਲਣਾ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ। ਮੇਰਾ ਗੁਰੂ ਨਾਲ ਪਿਆਰ ਨਹੀਂ ਹੈ, ਪਰ ਮੈਂ ਬਾਣੀ ਪੜ੍ਹ ਰਿਹਾ ਹਾਂ, ਨਹੀਂ ਗੱਲ ਬਣੇਗੀ ਕੋਈ, ਚਾਹੇ ਸਾਰੀ ਉਮਰ ਪੜ੍ਹੀ ਜਾ। ਅੰਦਰ ਪਿਆਰ ਹੋਣਾ ਚਾਹੀਦਾ ਹੈ। ਸੱਚੀ ਭਗਤ ਗੁਰ ਸ਼ਬਦ ਪਿਆਰ। ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਗੁਰਮੰਤਰ ਨਾਲ, ਗੁਰੂ ਦੀ ਬਾਣੀ ਨਾਲ ਜਿਹੜਾ ਪਿਆਰ ਹੋਣਾ, ਅਸਲ ਇਹੀ ਭਗਤੀ। ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਉਹ ਆਪਣੇ ਪਿਰ ਪ੍ਰਭੂ ਪਤੀ ਨੂੰ ਸਦਾ ਉਰ ਹੁੰਦਾ, ਹਿਰਦਾ ਧਾਰ ਹੁੰਦਾ, ਟਿਕਾ ਕੇ ਰੱਖਣਾ। ਉਹ ਸਦਾ ਹੀ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੇ ਹਨ। ਵੈਸੇ ਤਾਂ ਜਿਹਦੇ ਨਾਲ ਪਿਆਰ ਹੁੰਦਾ ਉਹਦੀ ਯਾਦ ਵੈਸੇ ਹੀ ਵਸ ਜਾਂਦੀ, ਕਿਉਂਕਿ ਜਿਹੜਾ ਚੀਜ਼ ਮਨੁੱਖਾਂ ਨਾਲ, ਚੀਜ਼ਾਂ ਨਾਲ ਪਿਆਰ ਕਰਨਾ ਆਸਾਨ ਹੈ, ਉਹ ਦਿਸ ਰਹੀਆਂ ਨੇ, ਪਰਮਾਤਮਾ ਦਿਸਦਾ ਨਹੀਂ ਹੈ। ਉਸ ਨਾਲ ਪਿਆਰ ਕਰਨ 'ਤੇ ਬਹੁਤ ਟਾਈਮ ਲੱਗਦਾ ਹੈ, ਉਹਦੇ ਨਾਲ ਪਿਆਰ ਕਰਨ 'ਤੇ ਬਹੁਤ ਟਾਈਮ ਲੱਗਦਾ। ਕਈ ਸਾਲ ਵਾਹਿਗੁਰੂ 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 ਕਰਨਾ ਪੈਂਦਾ, ਤਾਂ ਜਾ ਕੇ ਕਿਤੇ ਪਰਮਾਤਮਾ ਨਾਲ ਪਿਆਰ ਹੁੰਦਾ। ਜਦੋਂ ਫਿਰ ਪਰਮਾਤਮਾ ਨਾਲ ਪਿਆਰ ਹੈ, ਫਿਰ ਸਾਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਆਸਾਨ ਹੋ ਜਾਂਦਾ, ਕਿਉਂਕਿ ਫਿਰ ਪਿਆਰਾ ਯਾਦ ਆਈ ਹੋਈ ਜਾਂਦਾ। ਹੁਣ ਤਾਂ ਪਿਆਰ ਪਾਉਣ ਲਈ ਸਾਨੂੰ ਪਿਆਰੇ ਨੂੰ ਯਾਦ ਕਰਨਾ ਪੈਣਾ, ਅਤੇ ਜਦੋਂ ਪਿਆਰ ਪੈਦਾ ਹੋ ਗਿਆ ਫਿਰ ਪਿਆਰਾ ਆਪੇ ਹੀ ਯਾਦ ਆਈ ਜਾਂਦਾ, ਫਿਰ ਆਪੇ ਆਈ ਜਾਂਦਾ।
ਜਦੋਂ ਪਿਆਰਾ ਆਪੇ ਹੀ ਯਾਦ ਆਈ ਜਿਹਨੂੰ ਉਹਨੂੰ ਕਹਿੰਦੇ ਅਜਪਾ ਜਾਪ। ਅਜਪਾ ਜਾਪ ਬੋਲ ਬੋਲ ਕੇ ਜਪਣ ਦੀ ਲੋੜ ਨਹੀਂ, ਸੁਰਤ ਹੀ ਧਿਆਨ ਹੀ ਉਧਰ ਹੁੰਦਾ। ਜੋ ਮੈਂ ਬਾਣੀ ਪੜ੍ਹੀ ਉਹ ਪਹਿਲਾਂ ਛੋਟੇ ਦੇ ਫਿਲਮਾਂ ਵੇਖਦੇ ਹੁੰਦੇ ਸਨ, ਫਿਰ ਮੈਨੂੰ ਸਮਝ ਆਈ। ਮੈਂ ਫਿਲਮ 'ਚ ਕਈ ਵਾਰ ਖਾਂਦੇ ਸਨ, ਉਹ ਲੜਕੀ ਹੈ ਉਹ ਆਪਣੇ ਘਰ ਬੈੱਡ 'ਤੇ ਪਈ ਹੈ, ਮੁੰਡਾ ਆਪਣੇ ਘਰ ਬੈੱਡ 'ਤੇ ਪਿਆ ਹੈ, ਉਹ ਨਾ ਲੜਕੀ ਨੂੰ ਨੀਂਦ ਆ ਰਹੀ, ਉਹ ਪਾਸੇ ਮਾਰੀ ਬੈੱਡ 'ਤੇ, ਮੁੰਡਾ ਆਪਣੇ ਘਰ ਬੈਠ ਪਾਸੇ ਮਾਰਿਆ ਹੈ, ਇੱਕ ਦੂਜੇ ਯਾਦ ਆ ਰਿਹਾ, ਮੇਲ ਹੋ ਨਹੀਂ ਰਿਹਾ, ਯਾਦ ਆ ਰਿਹਾ ਹੈ। ਮੈਂ ਹਾਂ ਇਹ ਪਿਆਰ ਹੈ। ਸਾਡਾ ਰੱਬ ਨਾਲ ਪਿਆਰ ਹੀ ਨਹੀਂ ਹੈਗਾ, ਉਹ ਸਾਨੂੰ ਯਾਦ ਹੀ ਨਹੀਂ ਆਉਂਦਾ, ਉਹਦੀ ਯਾਦ 'ਚ ਅਸੀਂ ਕਦੇ ਜਗ ਹੀ ਨਹੀਂ ਹੈਗੇ। ਜਦੋਂ ਰੱਬ, ਜਿਨ੍ਹਾਂ ਦਾ ਰੱਬ ਨਾਲ ਪਿਆਰ ਪੈਦਾ ਨਾ, ਹੁਣ ਤਾਂ ਨੀਂਦ ਤਾਂ ਬਹੁਤ ਘੱਟ ਜਾਂਦੀ। ਉਹ ਤਾਂ ਐਵੇਂ 15-20 ਮਿੰਟਾਂ ਦੀ ਨੀਂਦ ਉਹਨਾਂ ਦੀ ਰਹਿ ਜਾਂਦੀ, ਬਸ ਉਹ ਤਾਂ ਸੁਣਦੇ ਨਹੀਂ ਹੈਗੇ। ਉਹ ਵੀ ਜਿਹੜੀ ਨੀਂਦ ਹੈ ਉਹ ਬੈਠੇ ਬੈਠੇ ਸੌਣ ਲੈਂਦੇ 15-20 ਮਿੰਟ। ਜਿਵੇਂ ਘੋੜੇ ਨੂੰ ਤੁਸੀਂ ਕਦੇ ਨੋਟ ਕਰਿਓ, ਘੋੜਾ ਖੜਾ ਖੜੇ ਸੌਂ ਜਾਂਦਾ, ਕੁਝ ਮਿੰਟ ਸੌਣ ਤੋਂ ਬਾਅਦ ਫਿਰ ਐਕਟਿਵ ਹੋ ਜਾਂਦਾ, ਫਿਰ ਐਕਟਿਵ ਹੋ ਜਾਂਦਾ। ਘੋੜਾ ਸਾਰੇ ਜਾਨਵਰ 'ਚ ਐਕਟਿਵ ਗਿਣਿਆ ਗਿਆ। ਇਸ ਲਈ ਫਿਰ ਉਹਨਾਂ ਦੀ ਥੋੜ੍ਹੀ ਦੇਰ ਦੀ ਨੀਂਦ ਨਾਲ ਹੀ ਸਾਰਾ ਕੁਝ ਪੂਰਾ ਹੋ ਜਾਂਦਾ, ਕਿਉਂ ਜਿਹੜੀ ਨੀਂਦ ਨਾਲ ਆਰਾਮ ਆਉਣਾ ਸੀ ਉਹ ਨਾਮ ਦੇ ਵਿੱਚੋਂ ਹੀ ਉਹਨਾਂ ਨੂੰ ਆਈ ਜਾਂਦਾ। ਰੋਟੀ ਖਾ ਕੇ ਜਿਹੜੀ ਉਹਨਾਂ ਨੂੰ ਅੰਦਰ ਸ਼ਕਤੀ ਮਿਲਣੀ ਸੀ ਉਹ ਨਾਮ ਰਾਹੀਂ ਮਿਲੀ ਜਾਂਦੀ ਹੈ। ਇਸ ਲਈ ਉਹਨਾਂ ਦਾ ਭੋਜਨ ਵੀ ਘੱਟ ਜਾਂਦਾ, ਨੀਂਦ ਵੀ ਘੱਟ ਜਾਂਦੀ। ਅਲਪ ਆਹਾਰ ਸੁਲਭ ਸੀ ਨਿਦਰਾ, ਸੁਲਭ ਨੇ ਥੋੜ੍ਹੀ, ਅਲਪ ਮੈਨੇ ਥੋੜ੍ਹਾ, ਹਿੰਦੀ ਦਾ ਸ਼ਬਦ। ਥੋੜ੍ਹਾ ਭੋਜਨ ਖਾਂਦੇ ਨੇ, ਥੋੜ੍ਹਾ ਸੌਂਦੇ ਨੇ, ਜਾਣ ਬੁੱਝ ਕੇ ਨਹੀਂ। ਭੋਜਨ ਹੀ ਥੋੜ੍ਹਾ ਹੋ ਜਾਂਦਾ ਉਹਨਾਂ ਦਾ, ਨੀਂਦ ਵੀ ਘੱਟ ਜਾਂਦੀ ਹੈ, ਕਿਉਂ ਪਿਆਰਾ ਯਾਦ ਆਈ ਤਾਂ ਨੀਂਦ ਆਉਂਦੀ ਹੀ ਨਹੀਂ ਹੈ। ਕਦੇ ਕਿਸੇ ਸੰਸਾਰਿਕ ਤੌਰ 'ਤੇ ਪਿਆਰ ਕੀਤਾ ਵੀ ਉਹਨੂੰ ਜ਼ਿਆਦਾ ਛੇਤੀ ਗੱਲ ਸਮਝ ਆ ਜਾਏਗੀ। ਪਿਆਰ 'ਚ ਨੀਂਦ ਹੀ ਨਹੀਂ ਆਉਂਦੀ, ਪਿਆਰਾ ਹੀ ਯਾਦ ਆਈ ਜਾਂਦਾ ਹੈ। ਜਦੋਂ ਰੱਬ ਨਾਲ ਪਿਆਰ ਪੈਦਾ ਹੁੰਦਾ ਫਿਰ ਨੀਂਦ ਨਹੀਂ ਆਉਂਦੀ, ਰੱਬ ਹੀ ਯਾਦ ਆਈ ਜਾਂਦਾ। ਇਸ ਕਰਕੇ ਹਾਲਾਂਕਿ ਸੰਤ ਮਹਾਂਪੁਰਖ ਬੜਾ ਘੱਟ ਸੌਂਦੇ ਨੇ ਜੀ, ਇਸ ਲਈ ਰੱਬ ਨਾਲ ਪਿਆਰ ਹੁੰਦਾ, ਪਿਆਰ 'ਚ ਨੀਂਦ ਨਹੀਂ ਆਇਆ ਕਰਦੀ। ਸੋ ਗੁਰੂ ਮਹਾਰਾਜ ਭਗਤ ਕਰੈਂ ਮੂਰਖ ਆਪ ਜਣਾਵੇਂ। ਕਈ ਜਿਹੜੇ ਭਗਤੀ ਕਰਦੇ ਨੇ ਅਤੇ ਆਪਣੇ ਆਪਣੇ ਸ਼ੋਅ ਕਰਦੇ, ਮੈਂ ਭਗਤੀ ਕਰਦਾ, ਉਹਦੇ ਮੂਰਖ ਨੇ ਕਹਿੰਦੇ, ਉਹਦੇ ਮੂਰਖ। ਕਈ ਬਾਜ਼ਾਰਾਂ ਦੇ ਵਿੱਚ ਸਾਂਗ ਰਚ ਲੈਂਦੇ ਹਨ। ਰਾਮਚੰਦਰ ਹੁੰਦੇ ਨਹੀਂ, ਰਾਮਚੰਦਰ ਦਾ ਪਹਿਰਾਵਾ ਪਾਇਆ ਹੁੰਦਾ ਹੈ। ਹਨੂੰਮਾਨ ਹੁੰਦੇ ਨਹੀਂ, ਉੱਤੇ ਮੁਖੌਟਾ ਮੂੰਹ 'ਤੇ ਚੜਾਇਆ ਹੁੰਦਾ ਬਾਂਦਰ ਵਾਲਾ, ਬਾਜ਼ਾਰ ਨੱਚਦੇ ਟੱਪਦੇ ਰਹਿੰਦੇ ਨੇ। ਭਗਤ ਕਰੈਂ ਮੂਰਖ ਆਪ ਜਣਾਵੇਂ। ਜਿਹੜੇ ਮੂਰਖ ਨੇ ਭਗਤੀ ਤਾਂ ਉਹ ਵੀ ਕਰਦੇ ਨੇ, ਪਰ ਉਹ ਆਪਣੇ ਆਪ ਨੂੰ ਪ੍ਰਗਟ ਕਰਦੇ ਨੇ, ਅਸੀਂ ਭਗਤੀ ਕਰਦੇ ਨੇ, ਉਹ ਲੋਕ ਵਿਖਾਵਾ ਕਰਦੇ। ਨੱਚ ਨੱਚ ਟੱਪੈਂ ਬਹੁਤ ਦੁੱਖ ਪਾਵੇਂ। ਉਹ ਨੱਚਦੇ ਟੱਪਦੇ ਰਹਿੰਦੇ ਨੇ ਅਤੇ ਦੁੱਖ ਪਾਉਂਦੇ ਹਨ। ਭਗਤੀ ਨੱਚਣ ਟੱਪਣ ਦੀ ਤਾਂ ਲੋੜ ਹੀ ਨਹੀਂ ਹੈ, ਉਹ ਤਾਂ ਸਹਿਜ ਸੁਭਾਅ ਆਪਣਾ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਹੁੰਦਾ। ਇਹ ਰਾਸ ਧਾਰੀਏ ਜਿਹੜੇ ਨੇ ਪਹਿਲਾਂ ਇਸਤਰੀ ਕਰਿਆ ਕਰਦੇ, ਉਹਨਾਂ ਨੂੰ ਵੇਖ ਕੇ ਗੁਰੂ ਨੇ ਲਿਖਿਆ ਨਾ ਵੀ ਆਹ ਦੇਖ, ਉਂਝ ਸ਼ੌਕ ਅਸੀਂ ਭਗਤੀ ਕਰਦੇ ਹਾਂ, ਆਹ ਬਾਜ਼ਾਰ 'ਚ ਨੱਚੀ ਟੱਪੀ ਜਾਂਦੇ ਨੇ। ਨੱਚਿਆ ਟੱਪਿਆ ਭਗਤ ਨਾ ਹੋਏ, ਨੱਚਣਾ ਟੱਪਣਾ ਭਗਤੀ ਨਹੀਂ ਹੁੰਦੀ। ਸ਼ਬਦ ਮਰੈ ਭਗਤ ਪਾਏ ਜਨ ਸੋਏ। ਹਾਂ, ਜਿਹੜਾ ਨਾਮ ਦੇ ਰਾਹੀਂ ਮਰ ਜਾਵੇ, ਇਹ ਤਾਂ ਮਰਨ ਤੋਂ ਪਾਵੇ ਅੰਦਰ ਹਉਮੈ ਖਤਮ ਕਰ ਲੈਣਾ। ਨਾਮ ਰਾਹੀਂ ਜਿਹੜੇ ਆਪਣੇ ਅੰਦਰ ਹਉਮੈ ਖਤਮ ਕਰ ਲੈਂਦਾ ਨਾ, ਉਹ ਪਰਮਾਤਮਾ ਨੂੰ ਪ੍ਰਾਪਤ ਹੁੰਦਾ। ਪਾਏ ਜਨ ਸੋਏ, ਉਹ ਵਿਅਕਤੀ ਪਰਮਾਤਮਾ ਨੂੰ ਪਾ ਲੈਂਦਾ। ਸ਼ਬਦ ਪਰ ਉਹਨੂੰ ਫਿਰ ਭਗਤੀ ਦਾਤ ਮਿਲਦੀ। ਨਾਮ ਜਪ ਜਪ ਕੇ, ਬਾਣੀ ਪੜ੍ਹ ਪੜ੍ਹ ਕੇ ਆਪਣੇ ਅੰਦਰ ਹਉਮੈ ਖਤਮ ਕਰਨੀ। ਹਉਮੈ ਉਦੋਂ ਖਤਮ ਹੁੰਦੀ ਹੈ ਜਦੋਂ ਮਨੁੱਖ ਨੂੰ 100% ਵਿਸ਼ਵਾਸ ਹੋ ਜਾਏ ਕਿ ਜੋ ਮੇਰੇ ਕੋਲ ਹੈ ਇਹ ਸਭ ਦਾਤੇ ਦੇ ਦਿੱਤਾ ਹੋਇਆ। ਉਦੋਂ ਜਾ ਕੇ ਗੱਲ ਬਣੇਗੀ, ਉਦੋਂ ਹਉਮੈ ਖਤਮ ਹੋਈ। ਅਸੀਂ ਹੁਣ ਘਰ ਪਾਇਆ, ਤੁਸੀਂ ਸਾਰਿਆਂ ਪਾਇਆ। ਆਪਾਂ
ਆਪੇ ਹੀ ਵੀ ਬੜੇ ਔਖੇ ਹੋ ਕੇ ਜੀ, ਪਹਿਲਾਂ ਪਲਾਟ ਲਿਆ ਜੀ, ਫਿਰ ਲੋਨ ਲਿਆ ਜੀ, ਫਿਰ ਘਰ ਪਾਇਆ ਜੀ, ਫਿਰ ਕਿੰਨੇ ਸਾਲ ਕਿਸ਼ਤਾਂ ਲਾਈਆਂ ਜੀ। ਅਤੇ ਕੋਈ ਕਹੇ ਨਹੀਂ ਇਹ ਤਾਂ ਦਾਤੇ ਨੇ ਤੇਰਾ ਘਰ ਪਾ ਕੇ, ਅਤੇ ਕਹਿੰਦਾ ਹੋਰ ਕੁਛ, ਮੈਂ ਇੰਨੇ ਸਾਲ ਵਕਤ ਨੂੰ ਪੜ੍ਹਿਆ ਰਿਹਾ। ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਫਿਰ ਗਿਆਨ ਹੁੰਦਾ ਕਿ ਹੇ ਇਨਸਾਨ, ਜੋ ਕੁਝ ਵੀ ਤੇਰੇ ਕੋਲ ਹੈ ਇਹ ਸਭ ਦਾਤੇ ਦਾ ਦਿੱਤਾ ਹੋਇਆ ਹੈ, ਇਸ ਲਈ ਇਸ 'ਤੇ ਕੋਈ ਮਾਣ ਨਹੀਂ ਕਰਨਾ, ਇਹ ਤਾਂ ਉਹਦਾ ਦਿੱਤਾ ਹੋਇਆ। ਕਿਸੇ ਦੀ ਦਿੱਤੀ ਹੋਈ ਚੀਜ਼ 'ਤੇ ਕਾਹਦਾ ਮਾਣ ਹੈ? ਇਸ ਲਈ ਗੁਰੂ ਮਹਾਰਾਜ ਕਹਿੰਦੇ ਸ਼ਬਦ ਮਰੈ ਭਗਤ ਪਾਏ ਜਨ ਸੋਏ। ਉਹ ਵਿਅਕਤੀ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਅੰਦਰੋਂ ਮਰ ਜਾਂਦਾ ਹੈ, ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ, ਉਹਨੂੰ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਭਗਤ ਵਛਲ ਭਗਤ ਕਰਾਏ ਸੋਏ। ਭਗਤ ਵਛਲ ਹੈ ਭਗਤੀ ਨੂੰ ਪਿਆਰ ਕਰਨ ਵਾਲਾ। ਪਰਮਾਤਮਾ ਨੂੰ ਭਗਤ ਵਛਲ ਕਿਹਾ। ਪਰਮਾਤਮਾ ਜਿਹੜਾ ਵੀ ਭਗਤੀ ਕਰਦਾ ਹੈ, ਪਰਮਾਤਮਾ ਉਸ ਨੂੰ ਪਿਆਰ ਕਰਦਾ ਹੈ, ਕਿਉਂਕਿ ਭਗਤੀ ਨੂੰ ਪਿਆਰ ਕਰਦਾ, ਅਤੇ ਜਿਹੜਾ ਭਗਤੀ ਕਰਦਾ ਰੱਬ ਉਹਨੂੰ ਪਿਆਰ ਕਰਦਾ ਹੈ। ਜੇ ਤੁਸੀਂ ਭਜਨ ਬੰਦਗੀ ਕਰਦੇ, ਰੱਬ ਤੁਹਾਨੂੰ ਪਿਆਰ ਕਰਦਾ, ਅਤੇ ਜਿਹਨੂੰ ਰੱਬ ਪਿਆਰ ਕਰਦਾ ਉਹਨੂੰ ਹੋਰ ਕੀ ਚਾਹੀਦਾ? ਉਹਨੂੰ ਹੋਰ ਕੀ ਚਾਹੀਦਾ? ਸੰਸਾਰ ਦੀ ਐਡੀ ਵੱਡੀ ਸ਼ਕਤੀ ਜਿਹਨੂੰ ਪਿਆਰ ਕਰਦੀ, ਉਹਨੂੰ ਹੋਰ ਕੀ ਚਾਹੀਦਾ? ਇਸ ਲਈ ਪਰਮਾਤਮਾ ਨੂੰ ਭਗਤ ਵਛਲ ਕਿਹਾ ਹੈ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ। ਫਿਰ ਇਸ ਲਈ ਭਗਤ ਕਰਾਏ ਸੋਏ। ਉਹ ਪਰਮਾਤਮਾ ਹੀ ਸਾਡੇ ਤੋਂ ਭਗਤੀ ਕਰਾਉਂਦਾ ਹੈ, ਉਹਨੂੰ ਭਗਤੀ ਚੰਗੀ ਲੱਗਦੀ ਹੈ। ਆਪਾਂ ਦੂਜੇ ਨੂੰ ਉਹੀ ਕੰਮ ਕਰਨ ਨੂੰ ਕਹਿਣਾ ਜਿਹੜਾ ਸਾਨੂੰ ਚੰਗਾ ਲੱਗਦਾ। ਜਿਹੜਾ ਸਾਨੂੰ ਕੰਮ ਚੰਗਾ ਲੱਗਦਾ ਉਹੀ ਅਸੀਂ ਦੂਜੇ ਨੂੰ ਕਰਨ ਨੂੰ ਕਹਿਣਾ ਨਾ। ਸਾਨੂੰ ਪੀਣੀ ਚੰਗੀ ਲੱਗਦੀ ਹੈ ਤਾਂ ਹੀ ਅਸੀਂ ਦੂਜੇ ਨੂੰ ਕਹਿਣਾ ਪੀਆ ਕਰੋ ਭਾਈ, ਈਟ ਡਰਿੰਕ ਐਂਡ ਬੀ ਮੈਰੀ। ਇਹ ਮਨੁੱਖਾ ਜੀ ਮੁੜ ਮੁੜ ਕੇ ਥੋੜ੍ਹੇ ਮਿਲਣਾ। ਉਹ 5-7 ਸਾਲ ਮੈਂ ਜੀ। ਇੱਕ ਬੰਦਾ ਕਹਿ ਰਿਹਾ ਉਹ ਸਿੱਖੀ ਸਰੂਪ 'ਚ ਆ ਕੇ ਸਰਦਾਰ ਹੈ, ਲੜਕੀ ਘਰ ਛੱਡ ਕੇ ਚਲੀ, ਕਹਿੰਦੇ ਮੈਂ ਇਹੋ ਜਿਹੇ ਬਾਪ ਕੋਲ ਨਹੀਂ ਰਹਿੰਦੀ, ਕਹਿੰਦਾ ਸਿੱਖ ਬਣ ਗਿਆ। ਗੱਲ ਬਣ ਗਈ। ਵਾਲ ਕਟਾਲੇ ਦਾਮ ਤੇਰੇ ਘਰ ਮੈਂ। ਮੁੰਡਾ ਬੁਲਾਉਣਾ ਹਟ ਗਿਆ, ਕਹਿੰਦੇ ਹੈ ਪਾਗਲ ਹੈ ਬਾਪ ਸਾਡਾ, ਕਹਿੰਦੇ ਸਿੱਖ ਬਣ ਗਿਆ। ਸਾਡੇ ਬਾਪ ਪਾਗਲ ਹੈ। ਕੁੜੀ ਵੀ ਮੁੰਡਾ ਵੀ ਕੈਨੇਡਾ ਦੇ, ਕਹਿੰਦੇ ਇਹ ਵਾਹ ਰੱਖ ਲੈਣ, ਦਾੜੀ ਰੱਖ ਲਈ। ਕਹਿੰਦੇ ਬਾਪੂ ਤੂੰ ਪਾਗਲ ਹੋ ਗਿਆ, ਕਹਿੰਦੇ ਇਹਨੇ ਕਟਾਉਂਦਾ ਕਿਉਂ ਨਹੀਂ? ਹਰ ਬੰਦਾ ਚਾਹੁੰਦਾ ਹੈ ਕਿ ਜੋ ਆਪ ਹੈ ਦੂਜਾ ਉਹੋ ਜਿਹਾ ਹੋਵੇ। ਇਸ ਲਈ ਪਰਮਾਤਮਾ ਭਜਨ ਬੰਦਗੀ ਨੂੰ ਪਿਆਰ ਕਰਦਾ ਹੈ, ਇਸ ਲਈ ਉਹੀ ਸਾਡੇ ਤੋਂ ਭਜਨ ਬੰਦਗੀ ਕਰਾ ਰਿਹਾ ਹੈ। ਵੀ ਭਜਨ ਬੰਦਗੀ ਕਰੋ ਭਾਈ, ਤੁਸੀਂ ਮੈਨੂੰ ਪਿਆਰੇ ਲੱਗੋਗੇ। ਜੋ ਚੀਜ਼ ਸਾਨੂੰ ਆਪ ਪਿਆਰੀ ਲੱਗਦੀ ਹੈ ਅਸੀਂ ਚਾਹੁੰਦੇ ਦੂਸਰੇ ਵੀ ਉਹੀ ਕਰਨ, ਦੂਸਰੇ ਉਹੀ ਕਰਨ। ਸੋ ਤਾਂ ਕਹਿੰਦੇ ਨੇ ਭਗਤ ਵਛਲ ਭਗਤ ਕਰਾਏ ਸੋਏ। ਪਰਮਾਤਮਾ ਭਗਤ ਵਛਲ ਹੈ, ਉਹੀ ਭਗਤੀ ਕਰਵਾਉਂਦਾ ਹੈ। ਸੱਚੀ ਭਗਤ ਵਿੱਚੋਂ ਆਪ ਨਹੀਂ ਹਉਮੈ। ਸੱਚੀ ਭਗਤੀ ਕੀ ਹੈ? ਮਨੁੱਖ ਆਪਣੇ ਅੰਦਰੋਂ ਹਉਮੈ ਖਤਮ ਕਰਨਾ, ਇਹ ਅਸਲੀ ਭਗਤੀ ਹੈ। ਕਿਉਂਕਿ ਜਿੰਨਾ ਚਿਰ ਮੈਂ ਹੈ ਉਨਾ ਚਿਰ ਤੂੰ ਨਹੀਂ ਹੋ ਸਕਦਾ। ਜਿੰਨਾ ਚਿਰ ਅੰਦਰ ਮੈਂ ਹੈ ਉਨਾ ਚਿਰ ਤੂੰ ਨਹੀਂ ਹੋ ਸਕਦਾ। ਮੈਂ ਤੋਂ ਤੂੰ ਤੱਕ ਦੀ ਯਾਤਰਾ ਕੁੱਲ। ਮੈਂ ਤੋਂ ਸ਼ੁਰੂ ਕਰਦਾ ਬੰਦਾ, ਤੂੰ 'ਤੇ ਪਹੁੰਚਦਾ। ਅਤੇ ਜੇ ਸਾਰੀ ਵਾਰ ਮੈਂ 'ਤੇ ਰਹਿ ਗਿਆ ਫਿਰ ਗੱਲ ਉਹਦੇ ਮੇਲ ਨਹੀਂ ਸਾਡਾ। ਅੰਦਰੋਂ ਹਉਮੈ ਖਤਮ ਕਰਨਾ ਜ਼ਰੂਰੀ ਹੈ ਜਿਸ ਨੇ ਇਸ ਪਾਸੇ ਨੂੰ ਤੁਰਨਾ ਹੈ। ਜਦੋਂ ਅੰਦਰ ਹਉਮੈ ਨਹੀਂ ਹੋਏਗੀ, ਤੁਹਾਨੂੰ ਕੋਈ ਚੰਗਾ ਕਹੋ ਮੰਦਾ ਕਹੋ, ਤੁਹਾਨੂੰ ਕੋਈ ਨਹੀਂ ਮਾੜਾ ਲੱਗੇਗਾ। ਵੀ ਮੈਨੂੰ ਗਾਲਾਂ ਕਿਉਂ ਨਹੀਂ, ਇਹ ਮੈਨੂੰ ਅਵਤਾ ਕਿਉਂ ਕਹਿੰਦਾ, ਮੇਰੀ ਨਿੰਦਿਆ ਕਿਉਂ ਕਰਦੇ ਨਾ। ਕਿਉਂਕਿ ਜਦੋਂ ਕੋਈ ਸਾਡੀ ਵਡਿਆਈ ਕਰਦਾ, ਜੇ ਅੰਦਰ ਹਉਮੈ ਉਸ ਨੂੰ ਪੱਠੇ ਪੈਂਦੇ ਨੇ, ਅਸੀਂ ਖੁਸ਼ ਹੁੰਦੇ ਹਾਂ ਵਡਿਆਈ ਸੁਣ ਕੇ। ਜਦੋਂ ਕੋਈ ਸਾਡੀ ਨਿੰਦਿਆ ਕਰਦਾ ਅੰਦਰ ਹਉਮੈ ਉਹਨੂੰ ਸੱਟ ਵੱਜਦੀ ਹੈ ਤਾਂ ਅਸੀਂ ਨਾਰਾਜ਼ ਹੁੰਦੇ ਹਾਂ। ਹਉ ਹੀ ਨਹੀਂ ਹੈ ਤਾਂ ਗੱਲ ਖਤਮ ਹੋ ਗਈ। ਜਿੱਥੇ ਹਉ ਹੈ ਉੱਥੇ ਰੱਬ ਨਹੀਂ ਹੈ, ਅਤੇ ਜਿੱਥੇ ਰੱਬ ਹੈ ਉੱਥੇ ਹਉ ਨਹੀਂ ਹੈ। ਦੋਨਾਂ 'ਚ ਇੱਕੋ ਹੀ ਰਹੇਗਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈਂ ਇੱਕ ਠਾਏ।
ਰੱਬ ਦਾ ਅਤੇ ਹਉਮੈ ਦਾ ਆਪਸੀ ਵਿਰੋਧ ਹੈ। ਦੋਨੋਂ ਇੱਕੋ ਥਾਂ 'ਤੇ ਨਹੀਂ ਰਹਿ ਸਕਦੇ। ਜਦੋਂ ਸਾਡੇ ਅੰਦਰ ਹਉਮੈ ਖਤਮ ਹੋਵੇਗੀ, ਹਉਮੈ ਖਤਮ ਹੋਏਗੀ ਕਿ ਜੋ ਕੁਛ ਵੀ ਮੇਰੇ ਕੋਲੇ ਹੈ ਉਹ ਸਭ ਪਰਮਾਤਮਾ ਦੇ ਦਿੱਤਾ ਹੋਇਆ ਹੈ। ਜਦੋਂ ਅਸੀਂ ਇੱਥੇ ਪਹੁੰਚ ਜਾਵਾਂਗੇ ਦੌਰ ਅੰਦਰੋਂ, ਉਦੋਂ ਸਾਡੀ ਕਿਸੇ ਵੇਲੇ ਵੀ ਗੱਲ ਬਣ ਸਕਦੀ ਹੈ। ਸੋ ਤਾਂ ਕਹਿੰਦੇ ਸੱਚੀ ਭਗਤ ਵਿੱਚੋਂ ਆਪ ਕੋਇ। ਜਦੋਂ ਮਨੁੱਖ ਅੰਦਰੋਂ ਹਉਮੈ ਖਤਮ ਕਰ ਲੈਂਦਾ, ਸਮਝੋ ਇਹ ਸੱਚੀ ਭਗਤੀ ਕਰ ਰਿਹਾ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣਾ। ਮੇਰਾ ਪਰਮਾਤਮਾ ਜਿਹੜਾ ਨਾ ਉਹ ਸਦਾ ਰਹਿਣਾ ਸਾਚਾ, ਸਦਾ ਰਹਿਣ ਵਾਲਾ। ਉਹ ਹਰ ਇੱਕ ਵਿਧੀ ਜਾਣਦਾ, ਸਭ ਵਿਦ ਜਾਣਾ। ਜੇ ਭੱਬੇ ਨੂੰ ਸਿਹਾਰੀ ਦੀ ਫਿਰ ਆਪਾਂ ਕਹਿੰਦੇ ਉਹ ਸਾਰੀਆਂ ਵਿਧੀਆਂ, ਸਾਰੇ ਤਰੀਕੇ ਜਾਣਦਾ ਹੈ। ਸਭ ਇੱਕ ਵਚਨ ਹੈ। ਸਭ ਦੇ ਵੀ ਤਿੰਨ ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਸੱਸਾ ਭੱਬਾ ਸਭ, ਇੱਕ ਵਚਨ ਇਸਤਰੀ ਲਿੰਗ। ਇੱਕ ਹੈ ਸੱਸਾ ਭੱਬੇ ਨੂੰ ਔਂਕੜ ਸਭ, ਇੱਕ ਵਚਨ ਪੁਲਿੰਗ। ਇੱਕ ਹੈ ਸੱਸਾ ਭੱਬੇ ਨੂੰ ਸਿਹਾਰੀ ਸਭ, ਬਹੁ ਵਚਨ ਸਾਰੇ। ਹੁਣ ਕਿਉਂਕਿ ਵਿਧ ਜਿਹੜੇ ਹੈ, ਵਿਧੀ ਜਿਹੜੀ ਹੈ ਇਸਤਰੀ ਲਿੰਗ, ਇਸ ਲਈ ਸਭ ਦੇ ਭੱਬੇ ਨੂੰ ਔਂਕੜ ਨਹੀਂ ਹੈ, ਇਹ ਵੀ ਇਸਤਰੀ ਲਿੰਗ ਹੈ। ਪਰਮਾਤਮਾ ਸੱਚਾ ਹੈ ਅਤੇ ਉਹ ਸਾਰੀਆਂ ਹਰ ਇੱਕ ਵਿਧੀ ਜਾਣਦਾ ਹੈ, ਸਾਡੇ ਦਿਲ ਦੀ ਹਾਲਤ ਨੂੰ ਜਾਣਦਾ ਹੈ। ਨਾਨਕ ਬਖਸ਼ੇ ਨਾ ਪਛਾਣ। ਜਦੋਂ ਫਿਰ ਪਰਮਾਤਮਾ ਜੀਵ ਨੂੰ ਬਖਸ਼ ਦਿੰਦਾ ਹੈ, ਫਿਰ ਜੀਵ ਨੂੰ ਇਸ ਨਾਮ ਦੀ ਪਹਿਚਾਣ ਹੋ ਜਾਂਦੀ, ਨਾਮ ਦੀ ਮਹਿਮਾ ਦਾ ਪਤਾ ਲੱਗਦਾ ਹੈ ਵੀ ਨਾਮ ਦੀ ਕੀ ਮਹਿਮਾ। ਉਦੋਂ ਜਾ ਕੇ ਬੰਦੇ ਨੂੰ ਸਮਝ ਆਉਂਦੀ ਹੈ ਜਦੋਂ ਪਰਮਾਤਮਾ ਬਖਸ਼ ਕਰਦਾ। ਗੌੜੀ ਗੁਆਰੇਰੀ ਮਹਿਲਾ ਤੀਜਾ। ਤੀਸਰੇ ਪਾਤਸ਼ਾਹ ਫਿਰ ਫਰਮਾਨ ਕਰਦੇ ਨੇ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਤੀਸਰੇ ਪਾਸੇ ਮਨ ਮਾਰੇ ਧਾਤ ਮਰ ਜਾਏ। ਧਾਤ ਹੁੰਦੀ ਹੈ ਮਾਇਆ, ਮਗਜ ਸਾਡੀ ਭੱਜ ਨੱਠ ਹੈ, ਉਹਨੂੰ ਧਾਤ ਕਹਿੰਦੇ। ਜਦੋਂ ਮਨ ਮਰਦਾ ਹੈ, ਭਾਵ ਮਨ ਦੇ ਵਿੱਚ ਜਦੋਂ ਹਉਮੈ ਮਰਦੀ ਹੈ, ਤਾਂ ਮਾਇਆ ਦੇ ਮਗਰ ਜਿਹੜੀ ਸਾਡੀ ਭੱਜ ਨੱਠ ਹੈ ਉਹ ਵੀ ਖਤਮ ਹੋ ਜਾਂਦੀ। ਫਿਰ ਅਸੀਂ ਮਾਇਆ ਦੀ ਖਾਤਰ ਭੱਜ ਨੱਠ ਨਹੀਂ ਕਰਦੇ। ਹੁਣ ਤੇ ਮਾਇਆ ਦੀ ਖਾਤਰ ਬੱਚੇ ਦੇਸ਼ ਪ੍ਰਦੇਸ਼ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਨੇ। ਇਹ ਦੋ ਰੋਟੀਆਂ ਲਈ ਨਹੀਂ ਜਾ ਰਹੇ। ਦੋ ਰੋਟੀ ਤਾਂ ਇੱਥੇ ਮਿਲਦੀਆਂ। ਇੱਥੇ ਕਿਹੜੇ ਨੰਗੇ ਨੇ, ਇੱਥੇ ਕਿਹੜੇ ਭੁੱਖੇ ਨੇ। ਬਾਪ ਦੇ ਘਰ 'ਚ ਰਹੇ ਨੇ, ਚੰਗਾ ਖਾ ਰਹੇ ਨੇ, ਚੰਗਾ ਪਹਿਨ ਰਹੇ ਨੇ, ਕੋਲ ਸਕੂਟਰ ਵੀ ਹੈਗੇ, ਮੋਟਰਸਾਈਕਲ ਫਰੀ ਜਾਂਦੇ ਨੇ। ਇਹ ਰੋਟੀਆਂ ਲਈ ਨਹੀਂ ਬਾਹਰ ਜਾ ਰਹੇ, ਇਹ ਮਾਇਆ ਦੀ ਖਾਤਰ ਬਾਹਰ ਜਾ ਰਹੇ। ਇਹ ਮਾਇਆ ਦੀ ਖਾਤਰ ਬਾਹਰ ਜਾ ਰਹੇ। ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ। ਇੱਥੇ ਕੋਠੀ ਛੱਡ ਕੇ ਉੱਥੇ ਕਈ ਸਾਲਾਂ ਬਾਅਦ ਘਰ ਪਾਉਣਾ, ਲੋਨ ਲੈਣੇ, ਫਿਰ 25 ਸਾਲ ਉਹ ਕਰਜ਼ਾ ਲਾਹੀ ਜਾਣੇ ਨੇ ਚਿਰ ਬੁੱਢਾ। ਇੱਕ ਮੁੰਡਾ ਛੇਤੀ ਮੁੜ ਚੱਲਿਆ ਵਾਪਸ। ਮੈਂ ਕੀ ਗੱਲ ਕਰਕੇ ਛੇਤੀ ਵਾਪਸ ਚੱਲੇ? ਕਹਿੰਦਾ ਜੀ ਘਰ ਪਾਇਆ, ਲੋਨ ਲਿਆ ਹੈ, ਉਹ ਕਿਸ਼ਤ ਤਾਰਨੀ, ਜਾ ਕੇ ਕਮਾਊਂਗਾ ਅਤੇ ਕਿਸ਼ਤ ਤਾਰਾਂਗਾ। ਉੱਥੇ ਅਸੀਂ ਲੇਟ ਨਹੀਂ ਕਰ ਸਕਦੇ। ਇਹ ਉੱਥੇ ਹਿੰਦੁਸਤਾਨ ਨਹੀਂ, ਇੱਕ ਦਿਨ ਵੀ ਲੇਟ ਹੋਇਆ ਜੁਰਮਾਨਾ ਹੋ ਜਾਂਦਾ ਨਾਲ ਦੇਣਾ ਹੋ ਜਾਂਦਾ। ਤਾਂ ਮੈਂ ਵਾਪਸ ਛੇਤੀ ਜਾ ਰਿਹਾ। ਮੈਂ ਦੱਸ, ਇੱਥੇ ਕੋਠੀ ਛੱਡ ਕੇ ਉੱਥੇ ਜਾ ਕੇ ਪਾ ਰਿਹਾ। ਵਕਤ ਨੂੰ ਫੜਿਆ ਹੋਇਆ ਬੰਦਾ। ਅਸਲ ਜਦੋਂ ਬੰਦਾ ਇਹ ਤਿਆਰ ਬਣੇ, ਜੋ ਵੀ ਕੰਮ ਕਰੇ ਮੈਂ ਕਰਨ ਨੂੰ ਤਿਆਰ ਮਿਲੇ, ਬਸ ਉਹ ਨਹੀਂ ਭੁੱਖਾ ਮਰਦਾ। ਉਹ ਬੰਦਾ ਕਦੇ ਭੁੱਖਾ ਨਹੀਂ। ਕੰਮਾਂ ਦੀ ਕੋਈ ਕਮੀ ਨਹੀਂ ਹੈ। ਐਵੇਂ ਲੋਕ ਦੇ ਕੰਮ ਨਹੀਂ ਹੈਗੇ, ਕੰਮ ਕਰਨ ਵਾਲੇ ਨਹੀਂ ਹੈਗੇ। ਲੈ ਬਿਜਲੀ ਵਾਲੇ ਨੇ, ਲੈ ਇਹੀ 3-3 ਦਿਨ ਨਹੀਂ ਮਿਲਦੇ ਤੁਹਾਨੂੰ। ਅੱਜ ਚਲੇ ਬਿਜਲੀ ਵਾਲੇ ਆਉਣੇ ਆ ਜੀ, ਬਾਬਾ ਜੀ ਬਸ ਅੱਜ ਕੱਲ੍ਹ ਕਰੀ ਜਾਣਾ। ਵੇਲ ਹੀ ਨਹੀਂ, ਜਾਂ ਕੰਮ ਨਹੀਂ ਕਰਦੇ, ਜਾਂ ਤਾਂ ਉਹਨਾਂ ਕੋਲ ਵੇਲ ਨਹੀਂ, ਅਤੇ ਜਾਂ ਫਿਰ ਕੰਮ ਨਹੀਂ ਕਰਦੇ। ਕੰਮ ਕਰਨੇ ਵਾਲੇ ਕੋਈ ਕੰਮ ਦੀ ਕੋਈ ਕਮੀ ਨਹੀਂ ਹੈ। ਜਿਹੜਾ ਮਰਜ਼ੀ ਸ਼ੁਰੂ ਕਰ ਲਓ, ਕੰਮ ਕੋਈ ਮਾੜਾ ਨਹੀਂ ਹੁੰਦਾ। ਅਸੀਂ ਉਹਨੂੰ ਮਾੜਾ ਜਿਹਾ ਚੰਗਾ ਬਣਾਉਂਦੇ। ਕੰਮ ਕੋਈ ਮਾੜਾ ਨਹੀਂ ਹੁੰਦਾ। ਜੇ ਪੰਜਾਬੀ ਲੋਕ ਨੇ ਇਹ ਬਿਜਲੀ ਨੂੰ ਮਾੜਾ ਨਹੀਂ ਕਹਿੰਦੇ, ਬਿਜਲੀ ਦੇ ਕੰਮ ਨੂੰ,
ਇਹ ਜਿਹੜਾ ਪਲੰਬਰੀ ਨੂੰ ਇਹਨੂੰ ਐਵੇਂ ਗਿਣਦੇ ਨੇ, ਇਸ ਲਈ ਪਲੰਬਰ ਨਹੀਂ ਬਣਦੇ। ਆਪਣੀ ਟੂਟੀ ਠੀਕ ਰਹਿਣਾ 50 ਰੁਪਏ ਦੇਣਗੇ ਭਈਏ ਨੂੰ, ਨਾਲ ਉਹਨੂੰ ਸਕੂਟਰ 'ਤੇ ਬਿਠਾ ਕੇ ਲਿਆਉਣਗੇ, ਚੱਲੀ ਯਾਰ। ਉਹ ਕਹਿੰਦੇ ਚਲੋ ਸਦਾ ਮੈਂ ਆਉਣਾ, ਔਰ ਕਹਿੰਦੇ ਦੇਰ ਲਾ ਲੈ, ਬੈਠ ਯਾਰ। ਨਾਲੇ ਲਿਆਉਂਦੇ, ਨਾਲੇ 50 ਰੁਪਏ ਦਿੰਦੇ, ਨਾਲ ਛੱਡ ਕੇ ਆਉਂਦੇ ਨੇ। ਆਪ ਨਹੀਂ ਕਰਨਾ ਵੇਖੀ, ਇਹ ਕੋਈ ਮਾੜਾ ਵੀ ਕੰਮ ਹੈ ਵੀ ਤੁਸੀਂ ਕਰਨਾ। ਇਸੇ ਕਰਕੇ ਭਈਏ ਨੇ ਰੇਟ ਵਧਾਤੇ ਨੇ। ਉਹ ਇਕੱਠੇ ਰਹਿੰਦੇ 20-25। ਹੁਣ ਪਤਾ ਲੱਗੇ ਪੰਜਾਬ ਦੇ ਲੋਕ ਤਾਂ ਕੰਮ ਨਹੀਂ ਕਰਦੇ ਕੋਈ। ਉਹ ਸਲਾਹ ਕਰਦੇ ਤੋਂ ਘੱਟ ਲੈਣੀ ਨਹੀਂ, ਕਿਹਦੇ ਕੋਲ ਜਾਓਗੇ ਜੀ। ਅਸੀਂ ਤਾਂ ਅੱਡ ਥਾਵਾਂ 'ਤੇ ਰਹਿੰਦੇ ਨਾ, ਉਹ ਇਕੱਠੇ ਹੀ ਰਹਿੰਦੇ 20-25 ਸਲਾਹ ਕਰ ਲੈਂਦੇ, ਇਹ ਤੋਂ ਘੱਟ ਲੈਣੀ ਨਹੀਂ। ਤੇਰੇ ਕੋਲ ਜਾਓ, ਉਹਦੇ ਕੋਲ ਜਾਓ, ਉਹਦੇ ਕੋਲ ਜਾਓ, ਉਹਦੇ ਕੋਲ ਜਾਏਗਾ ਕਿੱਥੇ। ਪੰਜਾਬ 'ਚ ਦਿਹਾੜੀ ਜ਼ਿਆਦਾ ਹੈ, ਇਸੇ ਲਈ ਕਿ ਅਸੀਂ ਕੰਮ ਨਹੀਂ ਕਰਦੇ। ਯੂਪੀ 200 ਰੁਪਏ ਦਿਹਾੜੀ ਹੈ, ਪੰਜਾਬ 'ਚ 500 ਰੁਪਏ ਦਿਹਾੜੀ ਹੈ। ਮੈਂ ਤਾਂ ਉੱਥੇ ਹੈਰਾਨ ਹੋ ਗਿਆ ਵੀ ਇੱਕ ਗਰੀਬ ਆਦਮੀ ਹੈ, 200 ਰੁਪਏ ਦਿਹਾੜੀ ਹੈ। ਮੈਂ ਕਹਾਂ ਜੀ ਸਰਦਾਰ ਜੀ, ਕਦੇ 20 ਦਿਨ ਦਿਹਾੜੀ ਮਿਲਦੀ ਹੈ, ਕਦੇ 15 ਦਿਨ ਮਿਲਦੀ ਹੈ। ਜੇ 20 ਦਿਨ ਮਿਲ ਗਈ, ਮੰਨ ਲਓ 4,000 ਰੁਪਏ ਮਹੀਨੇ ਦਾ ਹੋਇਆ ਨਾ, ਕੀ ਕਰੇਗਾ। ਗਰੀਬਾਂ ਦੇ ਬੱਚੇ ਵੀ ਜ਼ਿਆਦਾ ਹੁੰਦੇ ਨੇ, ਉਹ ਇਸ ਲਈ ਇੱਥੇ ਆਉਂਦੇ ਨੇ ਕਿਉਂਕਿ ਉਹ ਸਾਰੇ ਕੰਮ ਕਰਦੇ ਨੇ, ਇਸ ਲਈ ਦਿਹਾੜੀ ਸਸਤੀ ਹੈ। ਇੱਥੇ ਅਸੀਂ ਕਰਦੇ ਨਹੀਂ, ਇਸ ਲਈ ਮਹਿੰਗੀ ਹੈ। ਬੰਦਾ ਸਾਨੂੰ ਚਾਹੀਦਾ ਸੀ ਆਪ ਤਾਂ ਕੁਛ ਕਰਦੇ ਨਹੀਂ। ਹੁਣ ਜੱਟਾਂ ਨੂੰ ਕਦੇ ਸਬਜ਼ੀ ਲਾ ਲਓ, ਹੋਰ ਵੀ ਨਹੀਂ, ਉਹ ਤਾਂ ਕੰਮ ਕਰਨਾ ਪਏਗਾ ਜੀ। ਉਹ ਤਾਂ ਕੰਮ ਕਰਨਾ ਪੈਣਾ, ਉਹ ਤਾਂ ਗੋਡੀ ਕਰਨੀ ਪੈਣੀ ਹੈ, ਉਹ ਤਾਂ ਰੋਜ਼ ਸਬਜ਼ੀਆਂ ਤੋੜਨੀਆਂ ਪੈਣੀਆਂ ਨੇ। ਅਸੀਂ ਤਾਂ ਵਿਹਲੜ ਫਿਰਨ ਦੇ ਆਦੀ ਹੋ ਗਏ ਜੀ। ਬਸ ਜੀਰੀ ਲਾ ਦਿਓ ਜੀ, ਬੀਜਣ ਵਾਲੇ ਬੀਜ ਕੇ, ਵੱਢਣ ਵਾਲਾ ਕੇ ਵੱਢ ਜਾਣਗੇ। ਬਸ ਆਪ ਸ਼ਰਾਬਾ ਪੀਓ, ਵੱਡੇ ਵੱਡੇ ਢਿੱਡ ਕਰ ਲਓ ਅਤੇ ਫਿਰੀ ਜਾਓ ਜੀ। ਬਸ ਸੰਤਾ ਕੰਮ ਹੈ, ਆਪ ਨਹੀਂ ਕੁਛ ਕਰਨਾ। ਹੋਰ ਕੰਮਾਂ ਦੀ ਤਾਂ ਕੋਈ ਕਮੀ ਨਹੀਂ ਹੈ, ਕੋਈ ਨਹੀਂ। ਜਿਹੜੇ ਦੇਖੋ ਭਈਆਂ ਦੇ ਵਿੱਚ ਜਿਹੜੇ ਥੋੜ੍ਹੇ ਸਿਆਣੇ ਸਨ, ਉਹਨਾਂ ਨੇ ਆਪਣੀ ਰੇਹੜੀ ਲਾ ਲਈ, ਮਾਲਕ ਹੋ ਗਏ ਨਾ। ਪਹਿਲਾਂ ਉਹ ਨੌਕਰ ਹੈ, ਆਪਣੀ ਰੇਹੜੀ ਲਾ ਲਈ, ਮਾਲਕ ਹੋ ਗਿਆ। ਮੀਂਹ ਪੈਂਦਾ, ਰੇਹੜੀ ਆਪਣੇ ਵਿਹੜੇ 'ਚ ਖੜੀ ਕਰੋ, ਆਪਣਾ ਆਰਾਮ ਕਰੋ। ਨੌਕਰ ਨੂੰ ਤਾਂ ਮੀਂਹ 'ਚ ਵੀ ਕੰਮ ਕਰਨਾ ਪੈਣਾ। ਅਸੀਂ ਮਾਲਕ ਬਣਨ ਨੂੰ ਤਿਆਰ ਹੀ ਨਹੀਂ ਹੈਗੇ। ਬਸ ਐਸੀ ਕੋਈ ਹੈ ਦਿਮਾਗ ਸਾਡੇ, ਅਸੀਂ ਨੌਕਰੀ ਚਾਹੁੰਦੇ ਹਾਂ। ਦੇਖੋ, ਅਸੀਂ ਮਾਲਕ ਹੀ ਨਹੀਂ ਹੋਣਾ ਚਾਹੁੰਦੇ, ਅਸੀਂ ਨੌਕਰ ਹੋਣ। ਤੇ ਨੌਕਰ ਤੇ ਗੁਲਾਮ ਹੁੰਦਾ, ਚਾਹੇ ਸਰਕਾਰ ਦਾ ਅਤੇ ਚਾਹੇ ਪ੍ਰਾਈਵੇਟ ਹੈ, ਉਹ ਤਾਂ ਗੁਲਾਮ ਹੁੰਦਾ। ਐਸੀ ਗੁਲਾਮੀ ਸਾਡੇ ਅੰਦਰ ਭਰੀ ਹੋਈ ਹੈ ਕਿ ਅਸੀਂ ਆਜ਼ਾਦ ਹੋਣਾ ਹੀ ਨਹੀਂ ਚਾਹੁੰਦੇ। ਆਪ ਨਹੀਂ ਕਰਨਾ ਵੀ, ਹਾਂ ਬਸ ਕਿਸੇ ਦੇ ਅੱਗੇ ਜਾ ਕੇ ਕੰਮ ਕਰਨਾ ਵੀ ਆਪ ਹੀ ਕਰ ਲਓ ਤੁਸੀਂ। ਇੱਕ ਕਹਿੰਦਾ ਮੈਂ ਜੀ ਕੈਨੇਡਾ ਚੱਲੇ, ਮੈਂ ਕਿੰਨੇ ਮੈਂ ਕਿਹਾ 37 ਲੱਖ ਲਾ ਕੇ। ਮੈਂ ਦਰ ਫਿੱਟੇ, ਮੇਰੇ ਬਾਪ ਵੀ ਕੋਲ ਸੀ। ਮੈਂ ਮੂਰਖ, ਇੱਥੇ 5-7 ਲੱਖ ਲਾ ਕੇ ਤੇ ਰੋਟੀ ਕਮਾ ਸਕਦਾ ਹੈ। ਤੂੰ 37 ਲੱਖ ਲਾ ਕੇ ਜਾਵੇਂਗਾ, ਫਿਰ ਤੈਨੂੰ 2 ਸਾਲ ਕੁੱਲ ਪਰਮਿਟ ਮਿਲਿਆ ਹੈ, ਵਰਕ ਪਰਮਿਟ। ਅੱਗੇ ਵਧੇ ਨਾ ਵਧੇ, ਕੀ ਹੋਵੇ ਤੇਰਾ, ਕੀ ਨਾ ਹੋਵੇ। ਇੱਕ ਮਾਂ ਨੇ ਟੈਲੀਫੋਨ ਕੀਤਾ ਆਪਣੇ ਪੁੱਤਰ ਨੂੰ, ਹੁਣ ਨਹੀਂ ਸੀ ਪਤਾ ਵੇਸ ਵੇਲੇ, ਕਹਿੰਦਾ ਬੇਬੇ ਅਜੇ ਨਾ ਮੈਨੂੰ ਟੈਲੀਫੋਨ ਕਰ। ਉਹ ਕਹਿੰਦੇ ਕੀ ਗੱਲ ਹੋ ਗਈ? ਕਹਿੰਦਾ ਅਜੇ ਮੈਂ ਕਲੀ ਕਰ ਰਿਹਾ। ਉਹ ਕਹਿੰਦੇ ਵੀ ਮਰ ਜਾਣੇ, ਜੇ ਤੂੰ ਕਲੀ ਹੋਈ ਕਰਨੀ ਸੀ ਲੋਕਾਂ ਦੇ ਘਰਾਂ 'ਚ ਜਾ ਕੇ, ਇੱਥੇ ਹੀ ਕਰ ਲੈਂਦੇ ਸੀ, 500 ਰੁਪਈਆ ਮਿਲਦਾ, ਇੱਥੇ ਕਰ ਲੈਂਦਾ। ਆਪਣੇ ਸ਼ਹਿਰ 'ਚ ਨਾ ਕਰਦੇ, ਹੋਰ ਸ਼ਹਿਰ ਚਲੇ ਜਾ, ਤੈਨੂੰ ਸੰਗ ਲੱਗਦੀ ਜੇ ਉੱਥੇ ਕਲੀਆਂ ਹੀ ਕਰਨੀਆਂ ਤੁਸੀਂ। ਮੈਂ ਹੋਰ ਇਹਨਾਂ ਨੂੰ ਦਿਲ ਸੋਚਿਆ, ਮਤਾ ਇਹਨੂੰ ਹੋਰ ਕੋਈ DC ਲਾਉਣਾ ਇਹਨਾਂ ਨੂੰ। +2 ਤੱਕ ਤਾਂ ਫਿਰ ਕਲੀਆਂ ਹੀ ਕਰਨਗੇ, ਹੋਰ ਤੇ ਕੀ ਕਰ। ਇਹ ਬੰਦਾ ਆਪ ਨਹੀਂ ਕੁਛ ਕਰਨ ਵੀ, ਤੁਸੀਂ ਆਪ ਦੁਕਾਨ ਖੋਲ੍ਹ ਲਓ, ਆਪ ਆਪਣਾ ਕੰਮ ਸ਼ੁਰੂ ਕਰ ਲਓ। ਉਹਦੇ ਨਾਲ ਕੀ ਹੋਏਗਾ? ਮੰਨ ਲਓ ਤੁਸੀਂ ਦੁਕਾਨਦਾਰ ਹੋ ਗਏ, ਆਪਣੇ ਘਰ ਦੇ ਜੀਆਂ ਨੂੰ ਆਪ ਹੀ ਰੁਜ਼ਗਾਰ ਦੇ ਦਿਓਗੇ, ਅਤੇ ਤੁਹਾਨੂੰ ਨੌਕਰ ਚੱਕਰ ਰੱਖਣ ਦੀ ਲੋੜ ਨਹੀਂ। ਆਪਣੇ ਜੀ ਆਪਣਾ ਕੰਮ ਸ਼ੁਰੂ ਕਰ ਲਓ। ਅੱਜ ਆਪਣਾ ਹੈਗਾ ਸਾਡਾ ਹੈੱਡ ਗ੍ਰੰਥੀ ਗੁਲਜ਼ਾਰ ਸਿੰਘ, ਇਹਨੇ ਆਪਣੇ ਮੁੰਡੇ ਨੂੰ ਦੁਕਾਨ ਖੋਲ੍ਹਦੀ, ਠੀਕ ਹੈ। ਉਹ ਆਪਣਾ ਸੌਦਾ ਵੇਚ ਰਿਹਾ, ਆਪਣਾ ਦਿਹਾੜੀ ਚੰਗੀ ਕਮਾ ਲੈਂਦਾ। ਦੂਜੇ ਨੇ ਪਲੰਬਰੀ ਸਿਖਾਤੀ ਹੈ, ਉਹ ਇੱਥੇ ਵੀ ਲਾਉਂਦਾ ਰੌਲਾ, 10,000 ਇੱਥੋਂ ਲੈਂਦਾ, ਬਾਕੀ ਆਪਾਂ ਪਲੰਬਰੀ ਦਾ ਕੰਮ ਕਰਦਾ ਹੈਗਾ। ਕੰਮ 'ਚ ਕੀ ਹੈ, ਕਰੋ ਕੰਮ ਕੋਈ ਨਾ ਕੋਈ।
ਜੇ ਉਹ +2 ਕਰਕੇ ਇੱਕ ਜਵਾਕ ਦੁਕਾਨਦਾਰੀ ਕਰ ਸਕਦੇ, ਤੁਸੀਂ ਕਿਉਂ ਨਹੀਂ ਕਰ ਸਕਦੇ ਵੀ? ਹੈ ਅੱਜ ਕੱਲ੍ਹ ਤਾਂ ਕੋਈ ਤੋਲਣ ਵਾਲੇ ਤਾਂ ਸੌਦੇ ਹੀ ਨਹੀਂ ਹੈਗੇ। ਸਮਾਨ ਚੱਕਿਆ ਆਹ ਦੇ ਦਿਓ ਜੀ, ਆਹ ਜਵਾਕਾਂ ਦੇ ਖਾਣ ਪੀਣ ਨਾਲ ਰੱਖ ਲਓ, ਲੁਹਾਈ ਹੋ ਜਾਣਾ ਜਵਾਕਾਂ ਨੂੰ। ਚੀਜ਼ ਹੀ ਉਹ ਰੱਖੋ ਵੀ ਚਾਹੇ ਕਰੋਨਾ ਦੇ ਬਾਪ ਆ ਜਾਏ, ਤੁਹਾਡਾ ਸਮਾਲ ਵਿਕੇ ਬਸ। ਜੋ ਰੋਟੀ ਪਾਣੀ ਨਾਲ ਸੰਬੰਧਿਤ ਚੀਜ਼ ਹੈ ਉਹਨੇ ਵਿਕਣਾ ਹੀ ਵਿਕਣਾ ਹੈਗਾ। ਸੋ ਤਾਂ ਮੈਂ ਕਹਿੰਦਾ ਵੀ ਆਪ ਕੰਮ ਸ਼ੁਰੂ ਕਰੋ। ਕਿਉਂ ਐਵੇਂ ਧੱਕੇ ਥੋੜ੍ਹੇ ਜਿਹੇ ਖਾਈ ਨੇ ਵਾਧੂ ਦੇ ਦੇਸਾਂ ਪ੍ਰਦੇਸਾਂ 'ਚ ਜਾ ਕੇ। ਫਿਰ ਸਭ ਤੋਂ ਭੈੜਾ ਦੇਸ਼ ਕੈਨੇਡਾ ਹੈ। ਮੇਰੀ ਅੱਜ ਢਿੱਡ ਪੀੜ ਹੋ ਰਹੀ ਨਾ, ਡਾਕਟਰ ਕਹੂਗਾ ਪਹਿਲਾਂ ਅਪੁਆਇੰਟਮੈਂਟ ਲਓ, ਹੁਣ ਮੈਂ ਟੈਲੀਫੋਨ ਕਰਾਂਗਾ। ਉਹ 7 ਦਿਨ ਕਹੇ 7 ਦਿਨ ਨੂੰ ਆਏ, ਢਿੱਡ ਪੀੜ ਹੁਣ ਹੋ ਰਹੀ ਹੈ 7 ਦਿਨ ਜਾ। ਫਿਰ ਕਹੂਗਾ ਆਹ ਟੈਸਟ ਕਰਾਓ, 7 ਦਿਨਾਂ ਬਾਅਦ ਆਇਓ। ਉਹ ਫਿਰ ਜਾਓ ਜੀ। ਇੰਨਾ ਨਖਿੱਧ ਦੇਸ਼ ਹੈ ਡਾਕਟਰੀ ਦੇ ਪੁਆਇੰਟ ਤੋਂ। ਸਭ ਆਪ ਇੱਥੇ ਆ ਜਾਏ ਵਾਪਸ ਇਲਾਜ ਕਰਾਉਣ। ਇੱਥੇ ਹੁੰਦੀ ਇੰਡੀਆ, ਇੱਥੋਂ ਇਲਾਜ ਕਰਾ ਕੇ ਫਿਰ ਹੋ ਜਾਂਦੇ। ਸਾਡੇ ਤਾਂ ਕਮਿਸਟ ਵਾਲਾ ਲੈ ਆਉਂਦੇ ਜਾ ਕੇ, ਆਹ ਢਿੱਡ ਪੀੜ ਦੇ ਯਾਰ ਗੋਲੀ ਆਹ ਲੈ ਜਾਓ ਜੀ। ਉੱਥੇ ਪਹਿਲਾਂ ਡਾਕਟਰ ਨੂੰ ਫੀਸ ਦਿਓ ਜੀ, ਉਹ ਦਵਾਨੀ ਦੀ ਗੋਲੀ ਲੈਣੀ 200 ਰੁਪਏ ਨੂੰ ਕੰਸਲਟੇਸ਼ਨ ਫੀਸ ਦਿਓ। ਸੋ ਇਸ ਲਈ ਜਿੰਨਾ ਦੇਸ਼ਾਂ ਤੁਸੀਂ ਤੁਰੇ ਜਾ ਰਹੇ ਹੋ, ਉਹਨੇ ਥੋੜ੍ਹਾ ਤੁਹਾਨੂੰ ਟ੍ਰੇਲਰ ਵਿਖਾਉਣਾ ਕਿਤੇ ਸਮਝੋ ਹਾਂ ਉੱਥੇ ਕੋਈ ਦਰਖਤਾਂ ਨੂੰ ਪੈਸੇ ਲੱਗਦੇ ਨੇ। ਤਾਂ ਗੁਰੂ ਮਹਾਰਾਜ ਕਹਿੰਦੇ ਮਨ ਮਾਰੇ ਧਾਤ ਮਰ ਜਾਏ। ਜੇ ਤੁਸੀਂ ਆਪਣੇ ਮਨ ਨੂੰ ਮਾਰ ਲਓਗੇ, ਇਹ ਮਾਇਆ ਦੀ ਭੱਜ-ਨੱਠ ਤੁਹਾਡੇ ਅੰਦਰ ਖਤਮ ਹੋ ਜਾਏਗੀ। ਬਿਨ ਮੂਏ ਕੈਸੇ ਹਰ ਪਾਏ। ਜਿੰਨਾ ਚਿਰ ਤੁਸੀਂ ਮਨ ਨੂੰ ਨਹੀਂ ਮਾਰਦੇ, ਰੱਬ ਨਹੀਂ ਮਿਲਦਾ ਹੈ। ਜਿੰਨਾ ਚਿਰ ਅੰਦਰ ਹਉਮੈ ਨਹੀਂ ਖਤਮ ਕਰਦੇ, ਉਹਨਾਂ ਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਮਰੇ ਦਾਰੂ ਜਾਣੇ ਕੋਈ। ਮਨ ਉਹਦਾ ਮਰੂਗਾ ਜਿਹੜੇ ਦੀ ਦਵਾਈ ਜਾਣਦੇ ਮਾਰਨਾ ਕਿਵੇਂ ਹੈ। ਮਨ ਉਸੇ ਦਾ ਮਰੇਗਾ ਜਿਹੜੇ ਦੀ ਦਾਰੂ ਜਾਣ, ਦਾਰੂ ਬਣ ਦਵਾਈ। ਮਨ ਨੂੰ ਮਾਰਨ ਦੀ ਦਵਾਈ ਜਿਹਨੂੰ ਪਤਾ ਹੈ ਉਹੀ ਮਨ ਮਾਰੇਗਾ। ਅਤੇ ਉਹ ਦਵਾਈ ਕੀ ਹੈ? ਮਨ ਸ਼ਬਦ ਮਰੈ ਬੂਝੈ ਜਨ ਸੋਏ। ਮਨ ਨੇ ਤਾਂ ਪਰਮਾਤਮਾ ਦੇ ਨਾਮ ਨਾਲ ਮਰਨਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਅੰਦਰੋਂ ਜਿਹੜਾ ਮਨ ਸਾਫ਼ ਹੁੰਦਾ ਜਾਏਗਾ। ਜਦੋਂ ਮਨ ਸਾਫ਼ ਹੋ ਜਾਏਗਾ, ਸਾਰੀ ਹਉਮੈ ਅੰਦਰੋਂ ਖਤਮ ਹੋ ਜਾਏਗੀ। ਮਨ ਮਰ ਗਿਆ ਬਸ, ਹੋਰ ਕੀ। ਫਿਰ ਜਿਹੜਾ ਪਰਮਾਤਮਾ ਗਿਆਨ ਹੈ ਉਹਨੂੰ ਫਿਰ ਸੋਝੀ ਆਉਂਦੀ ਹੈ। ਪਰਮਾਤਮਾ ਬਾਰੇ ਗਿਆਨ ਉਸ ਨੂੰ ਹੁੰਦਾ ਹੈ। ਇਹ ਮਨ ਨੂੰ ਮਾਰਨ ਦਾ ਢੰਗ ਹੈ ਨਾਮ ਜਪਣਾ। ਨਾਮ ਜਪੀ ਚਲੋ ਬਸ। ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਏ। ਜਿਸ ਨੂੰ ਪਰਮਾਤਮਾ ਬਖਸ਼ਦਾ ਹੈ, ਗੁਰੂ ਦੀ ਕਿਰਪਾ ਨਾਲ ਉਹਦੇ ਮਨ 'ਚ ਪਰਮਾਤਮਾ ਆ ਕੇ ਵਸ ਜਾਂਦਾ ਹੈ। ਫਿਰ ਪਰਮਾਤਮਾ ਨੂੰ ਹਮੇਸ਼ਾ ਦੀ ਰਹਿਣ ਵਾਲੀ ਵਡਿਆਈ ਬਖਸ਼ਦਾ ਹੈ। ਜਿਹੜੀ ਤਾਂ ਸੰਸਾਰਿਕ ਵਡਿਆਈ ਹੈ, ਇਹ ਤਾਂ ਅੱਜ ਹੈ, ਕੱਲ੍ਹ ਨੂੰ ਨਹੀਂ ਹੈ। ਦਰਬਾਰਾ ਸਿੰਘ ਕਿਸੇ ਵੇਲੇ ਮੁੱਖ ਮੰਤਰੀ ਹੁੰਦੇ ਸਨ। ਫਿਰ ਕਈ ਵਾਰੀ ਬੰਦਾ ਹਾਰ ਜਾਂਦਾ, ਇਲੈਕਸ਼ਨ ਹਾਰ ਗਿਆ। ਇੱਕ ਦੇ ਘਰ ਸਾਹਮਣੇ ਖੜ੍ਹਾ ਅਤੇ ਉਹ ਜਿਹਨੂੰ ਮਿਲਣ ਗਿਆ ਸੀ, ਉਹ ਕਹਿੰਦਾ ਕੀ ਗੱਲ ਬਾਹਰ ਕੀ ਵੇਖ ਰਹੇ ਹੋ? ਕਹਿੰਦਾ ਆ ਤੈਨੂੰ ਵਿਖਾਵਾਂ। ਮੈਨੂੰ 10 ਮਿੰਟ ਹੋ ਗਏ ਖੜ੍ਹਿਆ ਹੋਏ ਬੂਹੇ ਕੇ। ਕਿੰਨੇ ਲੋਕ ਮੇਰੇ ਕੋਲ ਲੰਘ ਨੇ, ਇੱਕ ਨੇ ਸਤਿ ਸ੍ਰੀ ਅਕਾਲ ਨਹੀਂ ਮੈਨੂੰ ਬੁਲਾਈ। ਵੀ ਹੁਣ ਕਿਹੜਾ ਗੱਦੀ 'ਤੇ ਵੀ ਹੁਣ ਕਿਹੜਾ ਗੱਦੀ 'ਤੇ ਹੈ। ਜੇ ਕਿਤੇ ਮੈਂ ਗੱਦੀ 'ਤੇ ਹੁੰਦਾ, ਇਹਨਾਂ ਆ ਗੋਡੇ ਹੱਥ ਲਾਣੇ ਦਾ। ਹਾਂਜੀ। ਸੋ ਇਸ ਲਈ ਇਹ ਸੰਸਾਰਿਕ ਵਡਿਆਈ ਤਾਂ ਓਨਾ ਚਿਰ ਹੀ ਹੈ ਜਿੰਨਾ ਚਿਰ ਤੁਸੀਂ ਅਫਸਰ ਹੋ ਜਾਂ ਕਿਸੇ ਗੱਦੀ 'ਤੇ ਬੈਠੇ ਨੇ, ਕੌਣ ਪੁੱਛਦਾ ਹੈ। ਪਰ ਜਿਹੜੇ ਸਾਧੂ ਸੰਤ ਮਹਾਤਮਾ, ਉਹਨਾਂ ਦੀ ਹਮੇਸ਼ਾ ਹੀ ਵਡਿਆਈ ਰਹਿੰਦੀ ਹੈ। ਉਹਨਾਂ ਦੀ ਹਮੇਸ਼ਾ ਹੀ ਵਡਿਆਈ ਰਹਿੰਦੀ ਹੈ ਕਿ ਪਰਮਾਤਮਾ ਦੇ ਨਾਮ ਨੇ ਵਡਿਆਈ ਕਰਾ ਦੇਣੀ ਔਰ ਸਦਾ ਰਹਿਣ ਵਾਲੀ ਵਡਿਆਈ ਕਰਾ ਦੇਣੀ। ਉਹਨਾਂ ਦੇ ਮਰਨ ਤੋਂ ਬਾਅਦ ਵੀ ਦੁਨੀਆ ਉਹਨਾਂ ਦੀ ਵਡਿਆਈ ਕਰਦੀ ਰਹਿੰਦੀ। ਦਿਨ ਮਨਾਉਂਦੇ ਕਿ ਬਰਸੀਆਂ ਮਨਾਉਂਦੇ। ਇਹ ਉਹ ਹੈ ਸੱਚੀ ਵਡਿਆਈ। ਜਿਸ ਨੂੰ ਬਖਸ਼ੇ ਦੇ ਵਡਿਆਈ। ਜਿਸ ਨੂੰ ਪਰਮਾਤਮਾ ਬਖਸ਼ਦਾ ਉਹਨੂੰ ਫਿਰ ਵਡਿਆਈ ਦਿੰਦਾ। ਉਹਦੀ ਵਡਿਆਈ ਫਿਰ ਹਮੇਸ਼ਾ ਲਈ ਹੁੰਦੀ ਹੈ। ਗੁਰ ਪ੍ਰਸਾਦ ਹਰ ਵਸੈ ਮਨ ਆਏ।
ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਮਨ 'ਚ ਪਰਮਾਤਮਾ ਵਸ ਜਾਂਦਾ, ਉਹਦੀ ਯਾਦ ਵਸ ਜਾਂਦੀ ਹੈ। ਰਹਾਉ ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ਼। ਅੰਕਸ਼ ਅਸਲ ਸ਼ਬਦ ਹੈ ਅੰਕੁਸ਼, ਹਿੰਦੀ ਦਾ ਸ਼ਬਦ ਹੈ ਅੰਕੁਸ਼, ਪਰ ਇਸ 'ਚ ਲਿਖਿਆ ਅੰਕਸ਼। ਗੁਰ ਅੰਕਸ਼ ਮਾਰ ਜੀ ਵਾਲਣ ਹਰ। ਜਿਹੜਾ ਗੁਰਮੁਖ ਹੈ, ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੇ। ਜੋ ਇਹ ਕੋਈ ਗੁਰੂ ਦੇ ਆਖੇ ਲੱਗ ਕੇ ਕੰਮ ਕਰੇਗਾ ਨਾ, ਹੁਣ ਤਾਂ ਆਪਾਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਾਂ। ਐਕਚੁਅਲੀ ਕੀ ਹੈ, ਸਾਨੂੰ ਦ੍ਰਿੜ ਨਹੀਂ ਕਰਾਇਆ ਗਿਆ, ਬਹੁਤਾ ਦੱਸਿਆ ਨਹੀਂ ਗਿਆ ਕਿ ਜਿਸ ਦਿਨ ਤੁਸੀਂ ਅੰਮ੍ਰਿਤ ਛਕ ਲਿਆ, ਹੁਣ ਤੁਹਾਡੀ ਮਰਜ਼ੀ ਨਹੀਂ ਚੱਲੇਗੀ, ਹੁਣ ਗੁਰੂ ਦੀ ਚੱਲੇਗੀ। ਜੇ ਗੱਲ ਮਨਜ਼ੂਰ ਹੈ ਛਕ ਲਓ, ਨਹੀਂ ਰਹਿਣ ਦਿਓ। ਅਗਰ ਜਿਸ ਦਿਨ ਤੁਸੀਂ ਅੰਮ੍ਰਿਤ ਛਕ ਲਿਆ, ਹੁਣ ਤੁਹਾਡੀ ਨਹੀਂ ਚੱਲੇਗੀ, ਹੁਣ ਗੁਰੂ ਦੀ ਚੱਲੇਗੀ। ਅਤੇ ਜੇ ਤਾਂ ਗੁਰੂ ਦੀ ਮੰਨਣੀ ਹੈ ਤਾਂ ਅੰਮ੍ਰਿਤ ਛਕ ਲੈ, ਨਹੀਂ ਤਾਂ ਬਸ ਜਿਵੇਂ ਹੈ ਫਿਰੀ ਜਾ। ਜੇ ਗੁਰੂ ਵਾਲਾ ਬਣ ਕੇ ਵੀ ਆਪਣੀ ਮਨਮਤੀ ਕਰਨੀ, ਆਪਣੀ ਮਰਜ਼ੀ ਕਰਨੀ, ਫਿਰ ਫਾਇਦਾ ਕਿ ਗੁਰੂ ਵਾਲਾ ਬਣਦਾ। ਦੋ ਬੇੜੀਆਂ 'ਚ ਪੈਰ ਨਹੀਂ ਰੱਖਿਆ ਜਾ ਸਕਦਾ। ਇੱਕ ਨਵਾਂ ਜੀਵਨ ਮਿਲਿਆ ਹੈ ਅੰਮ੍ਰਿਤ ਛਕ, ਅਸੀਂ ਫਿਰ ਗੁਰਮੁਖ ਬਣਨਾ ਹੈ, ਗੁਰੂ ਦੇ ਆਖੇ ਲੱਗਣਾ, ਜਿਵੇਂ ਗੁਰੂ ਮਰ ਕੇ ਉਵੇਂ ਕਰਨਾ। ਪਹਿਲਾਂ ਪੀਂਦੇ ਸੀ, ਅੰਮ੍ਰਿਤ ਛਕ ਲਿਆ, ਹੁਣ ਛੱਡਣੀ ਪੈਣੀ। ਪਹਿਲਾਂ ਚੋਰੀਆਂ ਕਰਦੇ ਸੀ, ਛੱਡਣੀਆਂ ਪੈਣੀਆਂ। ਡਾਕੇ ਮਾਰਦੇ, ਛੱਡਣੀਆਂ ਪੈਣੀਆਂ। ਮਿਲਾਵਟਾਂ ਕਰਦੇ, ਛੱਡਣੀਆਂ ਪੈਣੀਆਂ। ਧੋਖਾ ਤਰੀਕੇ ਛੱਡਣੀ ਪੈਣੀ ਹੈ। ਰਿਸ਼ਵਤ ਲੈਂਦੇ, ਛੱਡਣੀ ਪੈਣੀ ਹੈ। ਇਹ ਦੋਨੋਂ ਇੱਕੋ ਨਹੀਂ ਗੱਲ ਫਿਰ ਬਣੇਗੀ। ਪਰ ਕਿਉਂਕਿ ਇਸ 'ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ, ਗਿਣਤੀ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ। ਸਾਰੇ ਅੰਮ੍ਰਿਤ ਛਕਾਉਣ ਵਾਲੇ ਲੋਕ ਗਿਣਤੀ ਵਧਾਉਣ 'ਤੇ, ਮੈਂ ਇੰਨਿਆਂ ਨੂੰ ਛਕਾਤਾ, ਮੈਂ ਇੰਨਿਆਂ ਨੂੰ ਛਕਾਤਾ। ਉਹਦਾ ਕਿਆ ਫਾਇਦਾ ਜੇ ਜ਼ਿੰਦਗੀ ਨਾ ਬਦਲੀ। ਮੈਂ ਕਈ ਵਾਰੀ ਪਿੱਛੇ ਵੀ ਕਿਹਾ ਸੀ, ਮੈਂ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ, 2 ਸਾਲ ਪਹਿਲਾਂ ਮਨਾਇਆ ਨਾ, 12 ਉਦੋਂ ਸੀ 12 ਨਵੰਬਰ ਦਾ ਸ਼ਾਇਦ। ਜਿਹੜਾ 11 ਨਵੰਬਰ ਨੂੰ ਸ਼ਰਾਬ ਪੀਂਦਾ ਸੀ, ਉਹਨੇ 13 ਨੂੰ ਵੀ ਪੀਤੀ, ਉਹਨੇ 13 ਨੂੰ ਵੀ ਪੀਤੀ। ਜਿਹੜਾ 11 ਨਵੰਬਰ ਰਿਸ਼ਵਤ ਲੈਂਦਾ ਸੀ, 13 ਨੂੰ ਵੀ ਰਿਸ਼ਵਤ ਲੈਂਦਾ ਸੀ। ਜਿਹੜਾ 11 ਨਵੰਬਰ ਚੋਰੀਆਂ ਕਰਦਾ, 13 ਨੂੰ ਵੀ ਉਹਨੇ ਚੋਰੀਆਂ ਕੀਤੀਆਂ। ਫਿਰ ਫਾਇਦਾ ਕਿ ਇੰਨਾ ਖਰਚਾ ਕਰਨ ਦਾ। ਕਰੋੜਾਂ ਰੁਪਈਏ ਪੰਜਾਬ ਸਰਕਾਰ ਨੇ ਲਾਏ, ਕਰੋੜਾਂ ਰੁਪਈਏ ਸ਼੍ਰੋਮਣੀ ਕਮੇਟੀ ਨੇ ਲਾਏ, ਥਾਂ ਥਾਂ 'ਤੇ ਜਲਸੇ ਜਲੂਸ ਕੱਢੇ। ਉਹ ਸਾਰੇ ਹਿੰਦੁਸਤਾਨ 'ਚ ਜਿਹੜਾ ਹੈ ਇਹ ਕੀ ਉਹ ਨਗਰ ਕੀਰਤਨ ਇਹ ਕੱਢੇ। ਹਾਂ, ਬੰਦਾ ਉਸੇ ਤੋਂ ਉੱਥੇ ਹੀ ਹੈ। ਪਰਿਵਰਤਨ ਹੀ ਕੋਈ ਨਹੀਂ ਆਇਆ, ਕੋਈ ਬੁਰਾਈ ਛੱਡੀ ਨਹੀਂ। ਫਿਰ ਕਿਆ ਫਾਇਦਾ ਬਈ? ਇਹਨਾਂ ਗੱਲਾਂ ਨਾਲ ਗੁਰੂ ਨਾਨਕ ਖੁਸ਼ ਨਹੀਂ ਹੁੰਦੇ। ਗੁਰੂ ਨਾਨਕ ਖੁਸ਼ ਵੀ ਤੁਸੀਂ ਮੇਰੀ ਕਿਹੜੀ ਗੱਲ ਮੰਨੀ ਹੈ? ਮੇਰੀ ਗੱਲ ਕਿਹੜੀ ਮੰਨੀ? ਮੈਂ ਆਪਣੇ ਬਾਪ ਦਾ ਜਨਮ ਦਿਨ ਮਨਾਵਾਂ ਬੜੀ ਧੂਮ-ਧਾਮ ਨਾਲ, ਅਤੇ ਉਹਦੀ ਗੱਲ ਕੋਈ ਮੰਨਾਂ ਨਾ। ਉਹ ਕਹਿੰਦਾ ਮੈਂ ਇਹਨੂੰ ਕੀ, ਇਸ ਨੂੰ ਕੀ ਸਿਰ 'ਚ ਮਾਰਨਾ? ਗੱਲ ਤਾਂ ਮੇਰੀ ਕੋਈ ਮੰਨਦਾ ਨਹੀਂ ਹੈ। ਸੋ ਗੱਲ ਤਾਂ ਗੁਰੂ ਮਹਾਰਾਜ ਤੇ ਉਦੋਂ ਖੁਸ਼ ਨਾ ਜਦੋਂ ਸਿੱਖ ਉਹਨਾਂ ਦੀ ਗੱਲ ਮੰਨੇਗਾ। ਮੈਂ ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਅਤੇ ਫਿਰ ਗੁਰੂ ਦੀ ਖੁਸ਼ੀ ਨਹੀਂ ਹੋਵੇਗੀ। ਤਾਂ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਕਰਨੀ ਕਾਰ ਕਮਾਵੇ। ਜਦੋਂ ਗੁਰੂ ਦੇ ਆਖੇ ਲੱਗ ਕੇ ਮਨੁੱਖ ਕਰਮ ਕਰਦਾ ਨਾ, ਤਾਂ ਇਸ ਮਨ ਕੀ ਸੋਝੀ ਪਾ, ਤਾਂ ਉਹਨੂੰ ਮਨ ਬਾਰੇ ਸੋਝੀ ਹੁੰਦੀ, ਤਾਂ ਉਹਨੂੰ ਸੋਝੀ ਹੁੰਦੀ ਹੈ ਵੀ ਮਨ ਮੇਰੇ ਤੋਂ ਕੀ ਕਰਾਉਂਦਾ ਰਿਹਾ ਅਤੇ ਗੁਰੂ ਮੈਨੂੰ ਕੀ ਕਰਨ ਨੂੰ ਕਹਿੰਦੇ ਨੇ। ਫਿਰ ਪਤਾ ਲੱਗੂ ਵੀ ਤਾਂ ਮਨ ਤਾਂ ਖੋਟਾ ਹੈ, ਇਹ ਤਾਂ ਮੇਰੇ ਤੋਂ ਮਾੜੇ ਕੰਮ ਕਰਵਾਉਂਦਾ ਰਿਹਾ। ਫਿਰ ਪਤਾ ਲੱਗੇਗਾ ਜਦੋਂ ਅਸੀਂ ਗੁਰੂ ਦੇ ਆਖੇ ਲੱਗ ਕੇ ਕਰਮ ਕਰਾਂਗੇ, ਜੀਵਨ ਹੀ ਸੌਖਾ ਹੋ ਜਾਏਗਾ, ਜੀਵਨ ਸੁਖੀ ਹੋ ਜਾਏਗਾ, ਜੀਵਨ ਸੌਖਾ ਹੋ ਜਾਏਗਾ, ਆਦਰ ਮਾਣ ਵਾਲਾ ਜੀਵਨ ਹੋ ਜਾਏਗਾ। ਗੁਰਸਿੱਖ ਜਿਹੜੇ ਹੁੰਦੇ ਨੇ, ਗੁਰਮੁਖ ਜਿਹੜੇ ਹੁੰਦੇ ਨੇ, ਆਦਰ ਮਾਣ ਹੁੰਦਾ ਉਹਨਾਂ ਦਾ ਸਮਾਜ 'ਚ, ਗੁਰੂ ਦੇ ਆਖੇ ਲੱਗਣ ਵਾਲਿਆਂ ਦਾ। ਨਿਰੇ ਪਹਿਰਾਵੇ ਨਾਲ ਨਹੀਂ ਹੋਇਆ ਕਰਦਾ, ਆਖੇ ਲੱਗਣਾ ਗੁਰੂ ਦੇ। ਜਿਹੜੇ ਮਹਾਂਪੁਰਖਾਂ 'ਚ ਜੇਲ੍ਹਾਂ 'ਚ ਬੈਠੇ ਨੇ, ਇਹਨਾਂ ਲੋਕਾਂ ਨੂੰ ਤਾਂ ਸਿੱਖਿਆ ਦਿੱਤੀ, ਕੋਈ ਸ਼ੱਕ ਨਹੀਂ,
ਬੇਸ਼ੱਕ ਮੈਂ ਇਹਨਾਂ ਦੀ ਕੈਸਟਾਂ ਸੁਣੀ ਹੈ, ਬਹੁਤ ਗਿਆਨ ਦਿੱਤਾ, ਪਰ ਆਪ ਗੁਰੂ ਦੀ ਗੱਲ ਨਹੀਂ ਮੰਨੀ। ਜੇ ਆਪ ਗੁਰੂ ਦੀ ਗੱਲ ਮੰਨ ਲੈਂਦੇ, ਜੇਲ੍ਹ ਨਾ ਹੁੰਦੀ। ਆਪ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਲੋਕਾਂ ਨੂੰ ਸਿੱਖਿਆ ਦਿੰਦੇ ਰਹੇ, ਇਸ ਲਈ ਗੱਲ ਬਣਦੀ ਨਹੀਂ ਹੈਗੀ। ਅਸੀਂ ਆਪ ਪਹਿਲਾਂ ਗੁਰੂ ਦੀ ਗੱਲ ਮੰਨਣੀ ਹੈ, ਫਿਰ ਸਾਡੀ ਗੱਲ ਦਾ ਕੋਈ ਅਸਰ ਹੋਵੇਗਾ ਦੂਸਰੇ 'ਤੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਮੈਂ ਮਤ, ਮੈਂ ਸ਼ਰਾਬ ਨੂੰ ਕਹਿੰਦੇ ਨੇ, ਜਿਵੇਂ ਮੈਗਲ ਹਾਥੀ ਨੂੰ ਕਹਿੰਦੇ ਨੇ, ਮਿਕਦਾਰਾਂ ਦਾ ਦੀ ਤਰ੍ਹਾਂ। ਜਿਵੇਂ ਹਾਥੀ ਨੂੰ ਸ਼ਰਾਬ ਕੋਈ ਪਿਲਾ ਦੇ ਫਿਰ ਮਸਤ ਹੋ ਜਾਂਦਾ ਨਾ, ਇਹ ਮਨ ਵੀ ਮਸਤ ਹਾਥੀ ਦੀ ਤਰ੍ਹਾਂ ਹੈ। ਜਿਹੜਾ ਮਨ ਹੈ ਇਹ ਵੀ ਮਸਤ ਹਾਥੀ ਦੀ ਤਰ੍ਹਾਂ ਹੈ। ਗੁਰ ਅੰਕਸ਼ ਮਾਰ ਜੀਵਾਲਣ ਹਾਰ। ਅੰਕਸ਼ ਨਾ ਇੱਕ ਜਿਹੜਾ ਹੈਂਡਲ, ਉਹਨੂੰ ਅੱਗੇ ਬਰਛਾ ਹੁੰਦਾ, ਬਰਛੇ ਨੂੰ ਐਡਾ ਕਾ ਹੈਂਡਲ ਲੱਗਾ ਹੁੰਦਾ, ਉਹਨੇ ਫੜਿਆ ਹੁੰਦਾ, ਜਿਹੜਾ ਮੁਹਾਵਤ ਹੈ। ਕਿਉਂਕਿ ਹਾਥੀ ਜਿਹੜੀ ਚਮੜੀ ਹੈ ਬਹੁਤ ਮੋਟੀ ਹੈ, ਡੰਡੇ ਨੂੰ ਕੋਈ ਅਸਰ ਨਹੀਂ ਹੁੰਦਾ। ਉਹ ਫਿਰ ਬਰਛਾ ਦੇ ਵਿੱਚ ਖੋਭਦਾ, ਤਾਂ ਜਾ ਕੇ ਉਹਨੂੰ ਥੋੜ੍ਹਾ ਪਤਾ ਲੱਗਦਾ ਵੀ ਹਾਂ ਤਕਲੀਫ ਹੁੰਦੀ, ਉਹ ਤੁਰਦਾ। ਉਹ ਹਾਥੀ ਨੂੰ ਕੰਟਰੋਲ ਕਰਨ ਲਈ ਅੰਕਸ਼ ਹੁੰਦਾ ਹੈ, ਉਹ ਛੋਟਾ ਜਿਹਾ ਬਰਛਾ ਹੁੰਦਾ, ਜਿਹਦੇ ਨਾਲ ਉਹ ਹਾਥੀ ਨੂੰ ਚਲਾਉਂਦੇ, ਕੰਟਰੋਲ ਕਰਦੇ। ਗੁਰੂ ਵੀ ਸਾਨੂੰ ਫਿਰ ਨਾਮ ਦਾ ਅੰਕਸ਼ ਮਾਰਦਾ, ਫਿਰ ਪਹਿਲਾਂ ਮਾਰਦਾ ਹੈ, ਫਿਰ ਜਿਉਂਦੇ ਕਰ ਦਿੰਦਾ। ਇੱਥੇ ਮਾਰਨ ਤੋਂ, ਜਿੰਦ ਨੂੰ ਮਾਰਨ ਤੋਂ ਨਹੀਂ ਹੈ, ਸਾਡੀ ਹਉਮੈ ਨੂੰ ਖਤਮ ਕਰਕੇ ਫਿਰ ਇੱਕ ਨਵਾਂ ਜੀਵਨ ਸਾਨੂੰ ਦਿੰਦਾ। ਮਨ ਅਸਾਧ ਸਾਧੈ ਜਨ ਕੋਇ, ਆਚਾਰ ਚਰੈ ਤਾਂ ਨਿਰਮਲ ਹੋਏ। ਮਨ ਅਸਾਧ ਹੈ, ਅਸਾਧ ਹੁੰਦਾ ਜਿਹੜਾ ਕੰਟਰੋਲ ਕਰਨਾ ਔਖਾ ਹੋਵੇ। ਸਾਧਨਾ ਹੁੰਦਾ ਕੰਟਰੋਲ ਕਰ ਲੈਣਾ। ਸਾਧ ਕਿਹਨੂੰ ਕਹਿੰਦੇ ਨੇ? ਜਿਹਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ ਹੈ। ਜਿਹਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ ਕਿ ਇਹ ਸਾਧ ਹੈ ਜੀ। ਅਤੇ ਅਸਾਧ ਹੈ ਜਿਹਦੀਆਂ ਇੰਦਰੀਆਂ ਕੰਟਰੋਲ 'ਚ ਨਹੀਂ ਹੈਗੀਆਂ। ਇਸ ਤਰ੍ਹਾਂ ਸਾਡਾ ਮਨ ਅਸਾਧ ਹੈ, ਇਹ ਸਾਡੇ ਵੱਸ 'ਚ ਨਹੀਂ ਹੈ। ਅਸੀਂ ਸਗੋਂ ਮਨ ਦੇ ਅਧੀਨ ਹਾਂ। ਅਸੀਂ ਮਨ ਦੇ ਅਧੀਨ ਹਾਂ, ਮਨ ਸਾਡੇ ਅਧੀਨ ਨਹੀਂ ਹੈ। ਕਹਿੰਦੇ ਮਨ ਅਸਾਧ ਹੈ, ਸਾਧੈ ਜਨ ਕੋਇ। ਜਿਹੜਾ ਇਸ ਨੂੰ ਸਾਧ ਲਵੇ, ਜਿਹੜਾ ਇਸ ਨੂੰ ਕੰਟਰੋਲ ਕਰ ਲਵੇ, ਆਪਣੇ ਮਨ ਨੂੰ, ਆਪਣੀ ਇੰਦਰੀਆਂ ਨੂੰ। ਆਚਾਰ ਚਰੈ, ਆਚਾਰ ਹੁੰਦਾ ਹਉਮੈ। ਜਿਹੜਾ ਹਉਮੈ ਨੂੰ ਚਰ ਲਵੇ, ਜਿਹੜਾ ਹਉਮੈ ਨੂੰ ਮਾਰ ਲਵੇ, ਤਾਂ ਨਿਰਮਲ ਹੋਏ। ਫਿਰ ਉਹਦਾ ਮਨ ਨਿਰਮਲ ਹੁੰਦਾ ਹੈ। ਆਪਣੇ ਮਨ ਨੂੰ ਕੰਟਰੋਲ ਕਰਨਾ ਹੈ, ਇੰਦਰੀਆਂ ਨੂੰ ਕੰਟਰੋਲ 'ਚ ਰੱਖਣਾ ਹੈ। ਅੱਖਾਂ ਠੀਕ ਕੰਮ ਕਰਨ, ਕੰਨ ਠੀਕ ਸੁਣਨ, ਮੂੰਹ ਠੀਕ ਬੋਲੇ, ਹੱਥ ਠੀਕ ਕੰਮ ਕਰਨ, ਪੈਰ ਠੀਕ ਪਾਸੇ ਜਾਣ। ਇਹ ਹੁੰਦਾ ਇੰਦਰੀਆਂ ਕੰਟਰੋਲ ਕਰਨਾ। ਫਿਰ ਹੌਲੀ ਹੌਲੀ ਜਿਹੜਾ ਮਨ ਹੈ ਫਿਰ ਉਹ ਨਿਰਮਲ ਹੋ ਜਾਂਦਾ ਹੈ। ਗੁਰਮੁਖ ਇਹ ਮਨ ਲਿਆ ਸਵਾਰ। ਜਿਹੜਾ ਗੁਰਮੁਖ ਹੁੰਦਾ ਉਹ ਮਨ ਨੂੰ ਸਵਾਰ ਲੈਂਦਾ। ਹੁਣ ਤਾਂ ਵਿਗੜਿਆ ਹੋਇਆ ਨਾ, ਮਨ ਹੀ ਵਿਗੜਿਆ ਹੁੰਦਾ। ਆਪਾਂ ਕਿ ਫਲਾਣਾ ਬੰਦਾ ਬੜਾ ਵਿਗੜਿਆ ਹੋਇਆ ਜੀ, ਐਕਚੁਅਲੀ ਉਹਦਾ ਮਨ ਵਿਗੜਿਆ ਹੋਇਆ। ਕਿਉਂ ਇਹ ਸਰੀਰ 'ਤੇ ਗੱਡੀ ਹੈ, ਮਨ ਡਰਾਈਵਰ ਹੈ। ਜਿਵੇਂ ਮਨ ਇਸ ਗੱਡੀ ਨੂੰ, ਸਰੀਰ ਨੂੰ ਚਲਾਏਗਾ, ਸਰੀਰ ਤੋਂ ਉਸ ਤਰ੍ਹਾਂ ਚੱਲਣਾ। ਮਨ ਕੇ ਚੱਲ ਵੀ ਚੋਰੀ ਕਰਨ ਚੱਲੀਏ, ਸਰੀਰ ਤੁਰ ਪੈਂਦਾ। ਮਨ ਕੇ ਚੱਲ ਵੀ ਗੁਰਦੁਆਰੇ ਚੱਲੀਏ, ਸਰੀਰ ਗੁਰਦੁਆਰੇ ਨੂੰ ਆ ਜਾਂਦਾ। ਸਾਰਾ ਕਸੂਰ ਮਨ ਦਾ ਹੈ। ਗੁਰਮੁਖ ਇਹ ਮਨ ਲਿਆ ਸਵਾਰ। ਜਿਹੜਾ ਗੁਰੂ ਦੇ ਰਾਹੀਂ ਮਨ ਨੂੰ ਸਵਾਰ ਲੈਂਦਾ ਹੈ, ਹਉਮੈ ਵਿੱਚੋਂ ਤਜੇ ਵਿਕਾਰ। ਉਹ ਆਪਣੇ ਅੰਦਰ ਹਉਮੈ ਛੱਡ ਦਿੰਦਾ ਹੈ, ਵਿਕਾਰ ਦੇ ਬੁਰਾਈਆਂ, ਉਹ ਆਪਣੇ ਅੰਦਰ ਬੁਰਾਈਆਂ ਛੱਡ ਦਿੰਦਾ ਹੈ। ਜੋ ਤਾਂ ਰਾਖਿਆਨ ਮੇਲ ਮਿਲਾਏ। ਜਿਨ੍ਹਾਂ ਨੂੰ ਪਰਮਾਤਮਾ ਨੇ ਧੁਰੋਂ ਹੀ ਆਪਣੇ ਨਾਲ ਮਿਲਾ ਕੇ ਰੱਖਿਆ ਹੋਇਆ ਹੈ, ਧੁਰੋਂ ਹੀ ਕਦੇ ਨਾ ਵਿਛੜੇ ਸ਼ਬਦ ਸਮਾਏ। ਉਹ ਕਦੇ ਪਰਮਾਤਮਾ ਤੋਂ ਵਿਛੜਦੇ ਨਹੀਂ, ਸਗੋਂ ਉਹਦੇ ਨਾਮ ਰਾਹੀਂ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦੇ ਹਨ, ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਆਪਣੀ ਕਲਾ ਆਪੇ ਹੀ ਜਾਣੇ। ਕਲਾ ਬਣੇ ਸ਼ਕਤੀ। ਪਰਮਾਤਮਾ ਆਪਣੀ ਸ਼ਕਤੀ ਨੂੰ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੈ।
ਗੁਰੂ ਦੇ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਜਾਣਕਾਰੀ ਹੁੰਦੀ ਹੈ ਵੀ ਉਹ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪਰਮਾਤਮਾ ਦੇ ਨਾਮ ਜਪਣ ਦੇ ਆ ਲਾਭ ਨੇ, ਨਾ ਜਪਣ ਦੇ ਆ ਨੁਕਸਾਨ ਨੇ। ਬੰਦੇ ਨੂੰ ਉਹਦੀ ਪਹਿਚਾਣ ਹੁੰਦੀ, ਪਤਾ ਲੱਗਦਾ। ਕਦੋਂ? ਜਦੋਂ ਮਨੁੱਖ ਗੁਰੂ ਦੇ ਆਖੇ ਲੱਗਦਾ, ਉਦੋਂ। ਇਸ ਲਈ ਅਸੀਂ ਗੁਰਮੁਖ ਬਣਨ ਦੀ ਕੋਸ਼ਿਸ਼ ਕਰਨੀ ਹੈ। ਪਹਿਲਾਂ ਮਨਮੁਖ ਸੀ, ਕਾਫੀ ਹਿੱਸਾ ਗੁਰਮੁਖ ਹੋ ਗਏ ਹਾਂ, ਪਰ ਇਹ ਪੂਰੀ ਤਰ੍ਹਾਂ ਨਹੀਂ ਹੋਏ। ਜਿੰਨੇ ਚਿਰ ਪੂਰੀ ਤਰ੍ਹਾਂ ਗੁਰਮੁਖ ਨਹੀਂ ਹੁੰਦੇ, ਉਹਨਾਂ ਚਿਰ ਰੱਬ ਨਹੀਂ ਮਿਲਦਾ ਹੈਗਾ। ਮੰਨ ਲਓ ਮੈਂ ਵਾਹਿਗੁਰੂ 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 ਕਰਦਾ ਰਹਿਣਾ, ਪਰ ਮੈਂ ਆਪਣੇ ਜੀਵਨ ਨੂੰ ਸਵਾਰਦਾ ਨਹੀਂ ਹੈ, ਉਹ ਮੈਨੂੰ ਨਹੀਂ ਮਿਲੇਗਾ, ਮੈਨੂੰ ਨਹੀਂ ਮਿਲੇਗਾ। ਜਿੰਨਾ ਚਿਰ ਮੇਰਾ ਜੀਵਨ ਹੀ ਨਹੀਂ ਸੰਵਰਦਾ। ਹੁਣ ਵਿਚਾਰ ਬਦਲਣਗੇ ਤਾਂ ਜੀਵਨ ਸੰਵਰੇਗਾ ਨਾ। ਵਿਚਾਰ ਬਦਲਣੇ ਨੇ, ਮਨਮਤੀਏ ਵਿਚਾਰ ਛੱਡਣ ਨੇ, ਗੁਰਮੁਖਾਂ ਵਾਲੇ ਵਿਚਾਰ ਧਾਰਨ ਕਰਨੇ। ਵਿਚਾਰ ਬਦਲਣਗੇ, ਫਿਰ ਸਾਡੀਆਂ ਆਦਤਾਂ ਬਦਲਣਗੀਆਂ, ਸਾਡਾ ਸੁਭਾਅ ਬਦਲੇਗਾ, ਫਿਰ ਜਾ ਕੇ ਸਾਡੀ ਕੋਈ ਗੱਲ ਬਣ ਸਕਦੀ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।